ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮ ਕਲੀ ਮਹਲਾ ਨਾਵਾ। ਤੇ ਪਦੇ ਰੇ ਮਨ ਓਟ ਲਿਹੋ ਹਰ ਨਾਮਾ। ਜਾ ਕੈ ਸਿਮਰਨ ਦੁਰਮਤ ਨਾਸੈ। ਭਾਵ ਹੈ ਪਦ ਨਿਰਵਾਨਾ ਰਹਾਉ। ਰੇ ਮਨ ਓਟ ਲਿਹੋ ਹਰ ਨਾਮਾ। ਜਾ ਕੈ ਸਿਮਰਨ ਦੁਰਮਤ ਨਾਸੈ। ਭਾਵ ਹੈ ਪਦ ਨਿਰਵਾਨਾ ਰਹਾਉ। ਬੜ ਭਾਗੀ ਤਿਹ ਜਨ ਕੋ ਜਾਨੋ। ਜੋ ਹਰ ਕੇ ਗੁਣ ਗਾਵੈ। ਜਨਮ ਜਨਮ ਕੇ ਪਾਪ ਖੋਏ ਕੈ। ਪੁਨ ਬੈਕੁੰਠ ਸਦਾਵੈ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਜਾਂਗਤ ਕੋ ਜੋਗੀ ਸਰਵਾਂਸ਼ਿਤ। ਸੋਗਤ ਛਿਨ ਮਹਿ ਪਾਈ। ਨਾਹਨ ਗੁਣ ਨਾਹਨ ਕਛ ਵਿਦਿਆ। ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ। ਅਭੈ ਦਾਨ ਤਿਹ ਦੀਨਾ। ਨਾਹਨ ਗੁਣ ਨਾਹਨ ਕਛ ਵਿਦਿਆ। ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ। ਅਭੈ ਦਾਨ ਤਿਹ ਦੀਨਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਗੁਰੂ ਮਹਾਰਾਜ ਨੇ ਮਿਹਰ ਕੀਤੀ, ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਹੋਏ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਅੱਜ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਆਪਣੀ ਮਿਹਰ ਕਰਦੇ ਹਨ। ਸਾਰੀਆਂ ਸੰਗਤਾਂ ਮਨਵਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮ ਕਲੀ ਮਹੱਲਾ ਨਾਵਾ। ਤੇ ਪਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਹਨ। ਵਾਹਿਗੁਰੂ ਜੀ ਇੱਕ ਅਦਵੈਤ ਸਰੂਪ ਹਨ। ਓਂਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਰਾਗ ਰਾਮ ਕਲੀ ਹੈ। ਨੌਵੇਂ ਸਤਿਗੁਰੂ ਜੀ ਮਿਹਰ ਕਰਦੇ ਹਨ ਔਰ ਤਿੰਨਾਂ ਪਦਾਂ ਦੇ ਸ਼ਬਦ ਹਨ। ਰੇ ਮਨ ਓਟ ਲਿਹੋ ਹਰ ਨਾਮਾ। ਮਨ ਨੂੰ ਸੰਬੋਧਨ ਕਰਕੇ ਪਰਮੇਸ਼ਰ ਦੇ ਨਾਮ ਜਪਣ ਦਾ ਉਪਦੇਸ਼ ਕਰ ਰਹੇ ਹਨ। ਪਾਤਸ਼ਾਹ ਜੀ ਮਿਹਰ ਕਰਦੇ ਹਨ। ਰੇ ਮਨ, ਇਹ ਮਨ ਤੂੰ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਓਟ ਲੈਣਾ ਕਰ। ਜਾ ਕੇ ਸਿਮਰਨ ਦੁਰਮਤ ਨਾਸੈ। ਕਹਿੰਦੇ ਕੀ ਲਾਭ ਹੋਏਗਾ ਸਿਮਰਨ ਕਰਨੇ ਨਾਲ? ਕਹਿੰਦੇ ਸਿਮਰਨ ਦੀ ਇਹ ਬਰਕਤ ਹੈ। ਦੁਰਮਤ ਜਿਹੜੀ ਖੋਟੀ ਬੁੱਧੀ ਹੈ ਇਹ ਨਾਸ ਹੋ ਜਾਂਦੀ ਹੈ। ਪਵਿੱਤਰ ਬੁੱਧ ਪੈਦਾ ਹੋ ਜਾਂਦੀ ਹੈ। ਭਾਵ ਹੈ ਪਦ ਨਿਰਵਾਨਾ ਅਤੇ ਨਿਰਵਾਣ ਪਦ ਜਿਹੜਾ ਮੋਕਸ਼ ਪਦ ਹੈ ਉਸ ਨੂੰ ਇਹ ਜੀਵ ਪ੍ਰਾਪਤ ਕਰ ਲੈਂਦਾ ਹੈ। ਰਾਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਿਉਂਕਿ ਇੱਕ ਤਾਂ ਸਲੋਕ ਮੁਕਤੀ ਹੈ, ਪਰਮਾਤਮਾ ਦੇ ਲੋਕ ਚਲੇ ਜਾਣਾ, ਸਰੂਪ ਉਹਦੇ ਵਰਗਾ ਸਰੂਪ ਬਣਾ ਲੈਣਾ, ਸਜੋਜ ਉਹਦੇ ਵਰਗੇ ਅੰਗ ਬਣਾ ਲੈਣੇ, ਸਮੀਪ ਉਹਦੇ ਨੇੜੇ ਪਹੁੰਚ ਜਾਣਾ। ਪੰਜਵੀਂ ਕੈਵਲ ਮੋਕਸ਼, ਉਹਦੇ ਵਿੱਚ ਅਭੇਦ ਹੋ ਜਾਣਾ ਹੈ। ਇਸ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਚਾਰੇ ਮੁਕਤੀਆਂ ਵੀ ਮਿਲ ਜਾਂਦੀਆਂ ਹਨ, ਕੈਵਲ ਮੋਕਸ਼ ਵੀ ਮਿਲ ਜਾਂਦੀ ਹੈ।
ਬੜ ਭਾਗੀ ਤਿਹ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੈ। ਉਸ ਜਨ ਨੂੰ ਵੱਡਿਆਂ ਭਾਗਾਂ ਵਾਲਾ ਜਾਣੋ, ਕਰਮਾਂ ਵਾਲਾ ਜਾਣੋ, ਜੋ ਹਰ ਕੇ ਗੁਣ ਗਾਵੈ, ਜਿਹੜਾ ਹਰੀ ਨਿਰੰਕਾਰ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਕਿਉਂਕਿ ਉਹਦੀ ਕਿਰਪਾ ਹੋਈ ਫਿਰ ਸੋਝੀ ਮਿਲਦੀ ਹੈ, ਫਿਰ ਇਹ ਪਰਮਾਤਮਾ ਦਾ ਜਸ ਗਾਉਂਦਾ ਹੈ। ਨਹੀਂ ਤਾਂ ਇਨਸਾਨ ਹੋਰ ਦੀ ਹੋਰ ਪਾਸੇ ਹੀ ਲੱਗਾ ਰਹਿੰਦਾ ਹੈ। ਉਹਦੀ ਕਿਰਪਾ ਨਾਲ ਹੀ ਉਹਦਾ ਨਾਮ ਜਪਿਆ ਜਾਂਦਾ ਹੈ, ਉਹਦੇ ਗੁਣ ਗਾਏ ਜਾਂਦੇ ਹਨ। ਜਨਮ ਜਨਮ ਕੇ ਪਾਪ ਖੋਏ ਕੈ, ਗੁਣ ਗਾਉਣ ਦਾ ਲਾਭ ਕੀ ਹੈ? ਜਨਮ ਜਨਮਾਂਤਰਾਂ ਦੇ ਜਿਹੜੇ ਪਾਪ ਕੀਤੇ ਹੋਏ ਹਨ ਉਹ ਖੋਏ ਕੈ, ਦੂਰ ਕਰਕੇ। ਪੁਨ ਵੈਕੁੰਠ ਸਦਾਵੈ, ਪੁਨ ਮੈਨੇ ਪੁਨਾ ਵੈਕੁੰਠ, ਜਿਹੜਾ ਅਵਚਲ ਸਰੂਪ ਨਿਰੰਕਾਰ ਪਰਮੇਸ਼ਰ ਦਾ ਸੱਚਖੰਡ ਹੈ, ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਅਤੇ ਜਿਹੜੀ ਪਦਵੀ ਤੋਂ ਜਾ ਕੇ ਇਹ ਡਿੱਗਦਾ ਨਹੀਂ, ਉਸ ਅਚਲ ਪਦਵੀ ਨੂੰ, ਅਚਲ ਸਰੂਪ ਨੂੰ ਪ੍ਰਾਪਤ ਹੋ ਜਾਂਦਾ ਹੈ, ਅਚਲ ਸਰੂਪ ਹੀ ਹੋ ਜਾਂਦਾ ਹੈ। ਵੈਕੁੰਠ ਨਿਰੰਕਾਰ ਦੇ ਦੇਸ਼ ਵਿੱਚ ਚਲੇ ਜਾਂਦਾ ਹੈ। ਵੈਕੁੰਠ ਕੀ ਹੈ? ਔਰ ਤਾਹਾਂ ਵੈਕੁੰਠ ਜਿਹ ਕੀਰਤਨ ਤੇਰਾ, ਜਿੱਥੇ ਉਹਦਾ ਜਸ ਹੁੰਦਾ ਉਹ ਵੀ ਸਥਾਨ ਵੈਕੁੰਠ ਹੈ। ਵੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਭਜਨ ਵਾਲੇ ਮਹਾਂਪੁਰਖ ਨਿਵਾਸ ਕਰਦੇ, ਉਹ ਵੀ ਵੈਕੁੰਠ ਹੈ। ਕਉ ਕਬੀਰੇ ਕਹੀਐ ਕਾਹੇ, ਸਾਧ ਸੰਗਤ ਵੈਕੁੰਠ ਹੈ ਆਹੇ। ਜਿੱਥੇ ਉਹਦੀ ਸਾਧ ਸੰਗਤ ਹੈ, ਨਾਮ ਬਾਣੀ ਦਾ ਅਭਿਆਸ ਹੁੰਦਾ ਹੈ, ਉਹ ਵੈਕੁੰਠ ਸਥਾਨ ਹੈ। ਅਥਵਾ ਜਿਹੜਾ ਸੱਚਖੰਡ, ਜਿੱਥੇ ਨਿਰੰਕਾਰ ਨਿਵਾਸ ਕਰਦੇ ਹਨ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਸੱਚਖੰਡ ਵਿੱਚ ਚਲੇ ਜਾਂਦਾ ਹੈ, ਪਹੁੰਚ ਜਾਂਦਾ ਹੈ। ਆਇਆ ਮਲ ਕੋ ਅੰਤ ਕਾਲ ਮੈਂ, ਨਾਰਾਇਣ ਸੁਧ ਆਈ। ਆਇਆ ਮਲ ਨੂੰ ਅੰਤ ਸਮੇਂ ਪੁੱਤਰ ਦੇ ਮੋਹ ਦੇ ਬਹਾਨੇ ਪੁੱਤਰ ਦਾ ਨਾਮ ਜਪਦਾ ਹੀ ਨਰੈਣ ਨਰੈਣ, ਨਾਰਾਇਣ ਪਰਮੇਸ਼ਰ ਦੇ ਨਾਮ ਦੀ ਗਿਆਤ ਸੁਧ ਆ ਗਈ। ਕਿਉਂਕਿ ਇਹਦਾ ਜਿਹੜਾ ਪਿਤਾ ਸੀ ਰਾਜ ਪੰਡਿਤ ਸੀ, ਉਸ ਨੇ ਆਪਣੇ ਪੁੱਤਰ ਅਜਾਮਲ ਨੂੰ ਵੀ ਬਹੁਤ ਵਿਦਵਾਨ ਬਣਾਇਆ। ਇਹਨੂੰ ਕਿਹਾ ਸੀ ਫਲਾਣੇ ਬਾਜ਼ਾਰ ਵਿੱਚ ਹੀ ਨਹੀਂ ਜਾਣਾ। ਜਦੋਂ ਤੱਕ ਪਿਤਾ ਜੀ ਰਹੇ ਉਹਨਾਂ ਦੇ ਹੁਕਮ 'ਚ ਚੱਲਦਾ ਰਿਹਾ। ਜਦੋਂ ਪਿਤਾ ਰਾਜਗੁਰੂ ਪੰਡਿਤ ਗੁਜ਼ਰ ਗਿਆ, ਕਹਿਣ ਲੱਗਾ ਇੱਧਰੋਂ ਰਸਤਾ ਘੁੰਮ ਕੇ ਜਾਣਾ ਪੈਂਦਾ ਹੈ, ਇਹ ਸਿੱਧੇ ਬਾਜ਼ਾਰ ਜਾਣ ਲੱਗ ਪਿਆ। ਉਸ ਮੁਹੱਲੇ 'ਚ ਬੇਸਵਾ ਦਾ ਘਰ ਸੀ ਅਤੇ ਕੁਦਰਤੀ ਇੱਕ ਦਿਨ ਇਹਦੀ ਦ੍ਰਿਸ਼ਟੀ ਬੇਸਵਾ 'ਤੇ ਪੈ ਗਈ। ਮਨ ਵਿੱਚ ਮੈਲਾ ਭਾਵ ਪੈਦਾ ਹੋ ਗਿਆ। ਫਿਰ ਹੌਲੀ ਹੌਲੀ ਕੁਸੰਗਤ ਵਿੱਚ ਪੈ ਗਿਆ। ਪਹਿਲਾਂ ਤਾਂ ਲੋਕੇ ਜਾਂਦਾ ਸੀ, ਫਿਰ ਪ੍ਰਤੱਖੇ ਜਾਣ ਲੱਗ ਪਿਆ। ਇਹ ਗੱਲ ਰਾਜੇ ਕੋਲ ਵੀ ਪਹੁੰਚ ਗਈ। ਰਾਜੇ ਨੂੰ ਬੇਸਵਾ ਦੇ ਸਮੇਤ ਦੇਸ ਨਿਕਾਲਾ ਦੇ ਦਿੱਤਾ। ਇਹ ਫਿਰ ਉੱਥੇ ਜੰਗਲ 'ਚ ਰਹਿੰਦਾ, ਆਪਣੇ ਢੰਗ ਨਾਲ ਗੁਜ਼ਾਰਾ ਕਰਦਾ ਰਿਹਾ। ਕੁਦਰਤੀ ਬਹੁਤ ਵਰਸ਼ਾ ਹਨੇਰੀ ਸੀ, ਮਹਾਂਪੁਰਖ ਆ ਗਏ। ਇਹਦੇ ਉੱਥੇ ਘਰ ਵਿੱਚ ਬਚਾਅ ਵਾਸਤੇ ਥੋੜ੍ਹਾ ਚਿਰ ਅਟ ਕੇ ਅਤੇ ਪਿਛਲੇ ਸੰਸਕਾਰ ਸੀ, ਕਹਿਣ ਲੱਗਾ ਸੇਵਾ ਬਖਸ਼ੋ। ਅਤੇ ਜਦੋਂ ਸੰਤਾਂ ਨੇ ਇਹਦੇ ਕਰਮ ਦੇਖੇ ਅਤੇ ਕਹਿਣ ਲੱਗੇ ਪਈ ਸੇਵਾ ਤੇ ਗੁਰਮੁਖਾ ਕੀ ਕਰਨੀ ਆ, ਅਸੀਂ ਤਾਂ ਥੋੜ੍ਹਾ ਮੀਂਹ ਹਨੇਰੀ ਕਰਕੇ ਆਏ ਸੀ। ਅਤੇ ਦਰਸ਼ਨ ਕਰਕੇ ਇਹਦਾ ਮਨ ਕੁਝ ਉਜਲ ਹੋਇਆ, ਆਪਣੀ ਗਲਤੀ ਮੰਨੀ ਅਤੇ ਸਾਰਾ ਪਿਛਲਾ ਪ੍ਰਸੰਗ ਦੱਸਿਆ। ਸੰਤਾਂ ਨੇ ਫਿਰ ਕਿਹਾ ਵੀ ਤੇਰੇ ਹੁਣ ਇੱਕ ਪੁੱਤਰ ਹੋਏਗਾ, ਉਹਦਾ ਨਾਮ ਨਾਰਾਇਣ ਰੱਖੀ। ਮਤਲਬ ਤੁਸੀਂ ਹਰ ਵੇਲੇ ਨਾਰਾਇਣ ਨਾਰਾਇਣ ਬਹਾਨੇ ਨਾ ਜਪੇਗਾ, ਪੁੱਤ ਦੇ ਬਹਾਨੇ। ਅਤੇ ਉਹ ਨਿੱਕੇ ਬੱਚੇ ਨਾਲ ਪਿਆਰ ਵੀ ਜ਼ਿਆਦਾ ਹੁੰਦਾ, ਹਰ ਵੇਲੇ ਨਾਰਾਇਣ ਨਾਰਾਇਣ ਕਰਨੀ। ਅਤੇ ਜਿਹੜੇ ਅੰਤ ਸਮਾਂ ਆਇਆ ਮੌਤ ਦਾ, ਅਤੇ ਜਮਦੂਤ ਲੈਣ ਆ ਗਏ ਇਹਦੇ ਪਾਪ ਕਰਮਾਂ ਕਰਕੇ। ਮੂੰਹ 'ਚੋਂ ਨਾਰਾਇਣ ਨਾਰਾਇਣ ਦੀ ਆਵਾਜ਼ ਸੀ।
ਆਰਾਮ ਗਾਣ ਆ ਗਿਆ, ਉਹ ਕਹਿੰਦੇ ਤੂੰ ਨਹੀਂ ਲਿਜਾ ਸਕਦਾ, ਇਹਦੇ ਮੂੰਹ 'ਚ ਪਰਮੇਸ਼ਰ ਦਾ ਨਾਮ ਆ। ਇਸ ਕਰਕੇ ਨੌਵੇਂ ਪਾਤਸ਼ਾਹ ਕਹਿੰਦੇ ਦੇਖੋ ਅਜਾਮਲ ਜਿਹੜਾ ਪਾਪੀ ਸੀ, ਅੰਤਕਾਲ ਮਰਨ ਦੇ ਸਮੇਂ ਨਾਰਾਇਣ ਦੇ ਨਾਮ ਦੀ ਸੁੱਧ ਆਈ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਵਧਾਰੇ। ਕਹਿੰਦੇ ਦੇਖੋ ਪਰਮੇਸ਼ਰ ਦੇ ਨਾਮ ਦੀ ਕੈਸੀ ਵਡਿਆਈ ਹੈ। ਇਹਨੂੰ ਮਰਨ ਵੇਲੇ ਪੁੱਤ ਦੇ ਬਹਾਨੇ ਇਸ ਪਰਮਾਤਮਾ ਦੇ ਨਾਮ ਦੀ ਸੁੱਧ ਆ ਗਈ, ਗਿਆਤ ਆ ਗਈ। ਜਾਂ ਗਤ ਕੋ ਜੋਗੀ ਸਰਵਾਸ਼ਤ ਸੋ ਗਤ ਛਿਨ ਮਹਿ ਪਾਈ। ਜਿਹੜੀ ਗਤੀ ਨੂੰ ਜੋਗੀ ਬਾਂਛ ਤੇ ਛਾ ਕਰਦੇ ਹੈ, ਉਹ ਜਿਹੜੀ ਗਤ ਸੀ ਅਜਾਮਲ ਨੇ ਇੱਕ ਛਿਨ ਵਿੱਚ ਪਾ ਲਈ ਹੈ, ਕਿਉਂਕਿ ਨਾਮ 'ਚ ਇੰਨੀ ਬਰਕਤ ਆ। ਜਿਸ ਤਰ੍ਹਾਂ ਦੀਵਾ ਬਲਣਾ ਹਨੇਰਾ ਦੂਰ ਹੋ ਜਾਂਦਾ ਹੈ, ਨਾਮ ਜਪਣ ਨਾਲ ਪਾਪ ਨਾਸ ਹੋ ਜਾਂਦੇ ਹਨ। ਜਿਵੇਂ ਬਾਲਣ ਦੇ ਬਹੁਤ ਵੱਡੇ ਢੇਰ ਹੋਣ, ਅੱਗ ਦਾ ਇੱਕ ਚੰਗਿਆੜਾ ਹੀ ਉਹਨੂੰ ਸਾੜਨ ਲਈ ਸਮਰੱਥ ਹੁੰਦਾ ਹੈ। ਇਸ ਤਰ੍ਹਾਂ ਨਾਮ ਵਿੱਚ ਵੀ ਐਸੀ ਬਰਕਤ ਹੈ। ਉਹ ਗਤੀ ਕਹਿੰਦੇ ਜਿਹਨੂੰ ਜੋਗੀ ਜਨ ਕਿੰਨੀ ਮਿਹਨਤ ਕਰ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਪਰਮੇਸ਼ਰ ਦੇ ਨਾਮ ਦੀ ਬਰਕਤ ਨਾ ਛਿਨ ਵਿੱਚ ਹੀ ਪਾ ਲਈ ਹੈ। ਨਾਹਨ ਗੁਣ ਨਾਹਨ ਕਛ ਵਿਦਿਆ। ਕਹਿੰਦੇ ਨਾ ਤਾਂ ਕੋਈ ਗੁਣ ਆ, ਨਾ ਕੋਈ ਵਿਦਿਆ ਆ। ਧਰਮ ਕੌਣ ਗਾ ਯਕੀਨਾ, ਜਿਹੜਾ ਹਾਥੀ ਸੀ, ਹਾਂਜੀ, ਅਤੇ ਉਹਨੂੰ ਕਹਿੰਦੇ ਕਿਹੜਾ ਧਰਮ ਵਾਲਾ ਕੰਮ ਕੀਤਾ ਸੀ। ਜਿਹੜੇ ਤੰਦੂਏ ਨੇ ਹਾਥੀ ਨੂੰ ਪਕੜ ਲਿਆ, ਉਹ ਸਮੁੰਦਰ 'ਚ ਖਿੱਚ ਰਿਹਾ, ਅਤੇ ਇਸ ਨੇ ਫਿਰ ਆਪਣੇ ਅੰਦਰੋਂ ਹੀ ਅਰਦਾਸ ਕੀਤੀ। ਉੱਥੇ ਪਾਣੀ ਦੇ ਫੁੱਲ ਰੁੜਿਆ ਹੁੰਦਾ ਸੀ, ਸੁੰਡ ਨਾ ਚੱਕ ਕੇ ਇਹੀ ਭੇਟਾ ਅੰਦਰਲੀ ਆਵਾਜ਼ ਨੂੰ ਬੇਨਤੀ ਕੀਤੀ। ਉਸ ਵੇਲੇ ਭਗਵਾਨ ਦਾ ਸੁਦਰਸ਼ਨ ਚੱਕਰ ਆਇਆ, ਤੰਦੂਏ ਦੇ ਤੰਦ ਕੱਟ ਦਿੱਤੇ। ਕਹਿੰਦੇ ਉਸ ਹਾਥੀ ਨੇ ਇੱਕ ਛਿਨ ਵਿੱਚ ਹੀ ਗਤ ਪ੍ਰਾਪਤ ਕਰ ਲਈ। ਕਹਿੰਦੇ ਦੱਸੋ ਵੀ ਹਾਥੀ ਨੇ ਉਹਦੇ 'ਚ ਕਿਹੜਾ ਗੁਣ ਸੀ, ਕਿਹੜੀ ਵਿਦਿਆ ਸੀ, ਕਿਹੜੇ ਧਰਮ ਦਾ ਕੰਮ ਕੀਤਾ ਸੀ, ਪਰ ਇੱਕ ਅਰਦਾਸ ਕੀਤੀ ਸੀ, ਮਾਲਕਾ ਮੇਰੀ ਕੋਈ ਗਲਤੀ ਹੈ, ਮੇਰਾ ਕੋਈ ਪਾਪ ਹੈ, ਉਹ ਬਖਸ਼ ਦਿਓ। ਅਤੇ ਮਹਾਰਾਜ ਨੇ ਉਹਦੀ ਅਰਦਾਸ ਸੁਣ ਕੇ ਅਤੇ ਉਹਦੇ ਕਰਮ ਕੱਟ ਦਿੱਤੇ, ਉਹਦੀ ਵੀ ਕਲਿਆਣ ਕਰ ਦਿੱਤੀ ਹੈ। ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਰਾਮ ਪਰਮੇਸ਼ਰ ਦਾ ਬਿਰਧ ਪਰਣ ਦੇਖੋ ਧਰਮ, ਕਿ ਜਿਨ੍ਹਾਂ ਨੇ ਹਾਂਜੀ ਨਿਰਭੈਤਾ ਦਾ ਦਾਨ ਹਾਥੀ ਨੂੰ ਦੇ ਦਿੱਤਾ। ਕਿੱਥੇ ਤੰਦੂਆ ਫੜ ਕੇ ਉਹਨੂੰ ਖਿੱਚੀ ਜਾਂਦਾ ਸੀ ਸਮੁੰਦਰ ਦਾ ਜਾਨਵਰ, ਉਹਦੇ ਤੰਦ ਕੱਢਤੇ ਸੁਦਰਸ਼ਨ ਚੱਕਰ ਨੇ, ਉਹਨੂੰ ਨਿਰਭੈ ਕਰ ਦਿੱਤਾ। ਇਸ ਵਾਸਤੇ ਇਹ ਗੁਰਮੁਖੋ ਤੁਸੀਂ ਵੀ ਪਰਮਾਤਮਾ ਦੀ ਸ਼ਰਨ ਲਵੋ ਅਤੇ ਉਹਦਾ ਨਾਮ ਜਪੋ, ਉਹਦੇ ਨਾਮ ਵਿੱਚ ਐਸੀ ਬਰਕਤ ਹੈ। ਫਿਰ ਸੰਤਾਂ ਦੇ ਅੱਗੇ ਜਗਿਆਸੂ ਦੀ ਬੇਨਤੀ ਦਾ ਢੰਗ ਦਿਖਾਉਂਦੇ ਹੈ ਕਿ ਇਸ ਤਰ੍ਹਾਂ ਬੇਨਤੀ ਕਰੇ। ਰਾਮ ਕਲੀ ਮਹੱਲਾ ਨਾਵਾ। ਸਾਧੋ ਕੌਣ ਜੁਗਤ ਅਬ ਕੀਜੈ, ਜਾਂ ਤੇ ਦੁਰਮਤ ਸਗਲ ਵਿਨਾਸੈ, ਰਾਮ ਭਗਤ ਮਨ ਭੀਜੈ ਰਹਾਉ। ਕਹਿੰਦੇ ਸੰਤ ਜਨੋ, ਇਹ ਮਹਾਤਮਾ ਜਨੋ, ਕਿਹੜੇ ਦ੍ਰਿਸ਼ਟਾਂਤ ਕਰਕੇ, ਕਿਹੜੇ ਪ੍ਰਮਾਣ ਨੂੰ ਵਿਚਾਰ ਨਾ ਕਰੀਏ, ਕਿਹੜੀ ਜੁਗਤੀ ਕੀਤੀ ਜਾਏ ਜਿਹੜੀ ਖੋਟੀ ਮੱਤ ਆ, ਬੇਸ਼ਿਆਂ ਵਿਕਾਰਾਂ 'ਚ ਲੱਗੀ ਹੋਈ ਹੈ, ਮਾੜੇ ਕੰਮਾਂ ਨਾਲ ਹਿੱਤ ਪ੍ਰੀਤੀ ਕਰਨ ਵਾਲੀ ਹੈ, ਹਾਂਜੀ, ਅਤੇ ਉਹ ਸਾਰੀ ਦੀ ਸਾਰੀ ਬਨਾਸੇ ਮੈਨੇ ਨਾਸ ਹੋ ਜਾਏ, ਚੰਗੇ ਪਾਸੇ ਸੁਰਤੀ ਬਿਰਤੀ ਲੱਗ ਜਾਏ। ਸਾਧੋ ਕੌਣ ਜੁਗਤ ਅਬ ਕੀਜੈ। ਹੈ ਸੰਤ ਜਨੋ, ਕਿਹੜੀ ਜੁਗਤੀ ਅਬ ਹੁਣ ਕੀਤੀ ਜਾਵੇ। ਜਾਤੇ ਦੁਰਮਤ ਸਗਲ ਵਿਨਾਸ ਹੈ, ਜਿਹਦੇ ਨਾਲ ਖੋਟੀ ਮੱਤ ਸਾਰੀ ਦੀ ਸਾਰੀ ਨਾਸ ਹੋ ਜਾਏ। ਰਾਮ ਭਗਤ ਮਨ ਭੀਜੈ ਰਹਾਉ। ਪਰਮਾਤਮਾ ਦੀ ਜਿਹੜੀ ਭਗਤੀ ਹੈ ਉਹਦੇ ਵਿੱਚ ਸਾਡਾ ਮਨ ਭਿੱਜ ਜਾਏ, ਤਤਪਰ ਹੋ ਜਾਏ, ਤਿਆਰ ਪਰ ਤਿਆਰ ਹੋ ਜਾਏ। ਰਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮਨ ਮਾਇਆ ਮੈਂ ਉਰਜ ਰਹਿਓ ਹੈ, ਬੂਝੈ ਨਹਿ ਕਛ ਗਿਆਨਾ। ਕਹਿੰਦੇ ਇਹ ਸੰਤ ਜਨੋ, ਇਹ ਜਿਹੜਾ ਮਨ ਹੈ ਨਾ, ਇਹ ਮਾਇਆ 'ਚ ਉਰਜ ਰਿਹਾ, ਫਸ ਰਿਹਾ ਹੈ।
ਔਰ ਹਰ ਵੇਲੇ ਬਿਰਤੀ ਜਿਹੜੀ ਉਹ ਮਾੜੇ ਪਾਸੇ ਲੱਗੀ ਹੋਈ ਹੈ। ਬੂਝੇ ਨੇ ਕਛ ਗਿਆਨਾ, ਔਰ ਸ਼ਾਸਤਰਾਂ ਦਾ, ਸਤਿਗੁਰਾਂ ਦਾ ਰਾਹ, ਸਤਿਗੁਰਾਂ ਦੇ ਦੁਆਰਾ, ਸਤਿਗੁਰਾਂ ਦੇ ਰਾਹੀਂ ਇਹ ਥੋੜ੍ਹਾ ਮਾਤਰ ਵੀ ਹਾਂਜੀ ਪਰਮੇਸ਼ਰ ਨੂੰ ਜਾਣਨਾ ਨਹੀਂ ਕਰਦਾ, ਕਿਉਂਕਿ ਗ੍ਰੰਥਾਂ 'ਚ ਵੀ ਸਿੱਖਿਆ ਮਹਾਂਪੁਰਖਾਂ ਨੇ ਦਿੱਤੀ ਹੈ, ਆਪ ਵੀ ਸਿੱਖਿਆ ਦਿੰਦੇ ਹੈ। ਸ਼ਾਸਤਰਾਂ ਦਾ ਜਾਂ ਗੁਰਾਂ ਦੁਆਰਾ ਇਹ ਕੁਛ ਥੋੜ੍ਹਾ ਵੀ ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹਨੂੰ ਜਾਣਨਾ ਨਹੀਂ ਕਰਦਾ। ਹੋਰ ਤਾਂ ਗਿਆਨ ਧਿਆਨ ਬਹੁਤ ਜਾਣਦਾ, ਹਾਂਜੀ। ਬੂਝੇ ਨਾ ਕਛ ਗਿਆਨ, ਰੱਬ ਨੂੰ ਪ੍ਰਾਪਤੀ ਦਾ ਜਿਹੜਾ ਗਿਆਨ ਉਹ ਥੋੜ੍ਹਾ ਵੀ ਨਹੀਂ ਬੁੱਝਦਾ, ਕਿਉਂਕਿ ਸੰਤਾਂ ਦੀ ਸੰਗਤ ਨਹੀਂ ਕਰਦਾ, ਨਾ ਧਰਮ ਸ਼ਾਸਤਰਾਂ ਦੀ ਬਾਣੀ ਦੀ ਵਿਚਾਰ ਹੀ ਸੁਣਦਾ ਹੈ। ਬਸ ਮਾਇਆ ਪਦਾਰਥਾਂ ਦੇ ਮੋਹ ਵਿੱਚ ਹਰ ਵੇਲੇ ਉਲਝਿਆ ਹੋਇਆ ਹੈ। ਬੂਝੇ ਨੇ ਕਛ ਗਿਆਨ, ਥੋੜ੍ਹਾ ਮਾਤਰ ਵੀ ਗਿਆਨ ਜਿਹੜਾ ਉਹਨੂੰ ਨਹੀਂ ਬੁੱਝਦਾ, ਉਹਨੂੰ ਨਹੀਂ ਸਮਝਦਾ ਹੈ। ਕੌਣ ਨਾਮ ਜਗ ਜਾ ਕੇ ਸਿਮਰੈ, ਪਾਵੈ ਪਦ ਨਰਵਾਨਾ। ਕਹਿੰਦੇ ਕਿਹੜਾ ਨਾਮ ਹੈ ਜਿਹਦੇ ਸਿਮਰਨ ਕਰਕੇ ਇਹ ਜੀਵ, ਜਗ ਮੈਨੇ ਜੀਵ ਨਿਰਵਾਣ ਪਦ ਨੂੰ, ਮੋਕਸ਼ ਪਦ ਨੂੰ ਪਾ ਲਵੇ। ਕੌਣ ਨਾਮ ਜਗ ਜਾ ਕੇ ਸਿਮਰੈ, ਕਿਹੜਾ ਨਾਮ ਹੈ ਜਗ ਮੈਨੇ ਜੀਵ ਜਿਹਦਾ ਸਿਮਰਨ ਕਰੇ, ਪਾਵੈ ਪਦ ਨਿਰਵਾਣਾ, ਅਤੇ ਜਿਹੜੀ ਨਿਰਵਾਣ ਪਦਵੀ ਹੈ ਉਹਨੂੰ ਪਾ ਲਵੇ। ਅਤੇ ਨਹੀਂ ਤਾਂ ਇਨਸਾਨ ਛਲਾਂ ਬਲਾਂ 'ਚ ਹੀ ਪਿਆ ਰਹਿੰਦਾ। ਅਤੇ ਜਿਸ ਤਰ੍ਹਾਂ ਉਹ ਭਗਤ ਪੀਪਾ ਜੀ ਦੇ ਕੋਲ ਕੋਈ ਝਗੜੇ ਦਾ ਨਿਆਂ ਕਰਾਉਣ ਲਈ ਆਵੇ, ਅਤੇ ਉਹ ਸੂਰਜਮਲ ਸੈਨ, ਸੂਰਜ ਸੈਨ ਰਾਜਾ ਜਿਹੜਾ ਸੀ ਉਹਦੇ ਕੋਲ ਝਗੜਾ ਆਇਆ ਸੀ। ਅਤੇ ਇੱਕ ਇਸਤਰੀ ਲਈ ਦੋ ਪੁਰਖ ਜਿਹੜੇ ਉਹ ਝਗੜਾ ਕਰ ਰਹੇ ਸੀ। ਇੱਕ ਕਹਿ ਰਿਹਾ ਸੀ ਇਹ ਮੇਰੀ ਇਸਤਰੀ ਹੈ, ਦੂਜਾ ਕਹਿੰਦਾ ਇਹ ਮੇਰੀ ਇਸਤਰੀ ਹੈ। ਇਹ ਝਗੜੇ ਦਾ ਕੋਈ ਪੂਰਾ ਨਤੀਜਾ ਨਿਕਲ ਨਹੀਂ ਸੀ ਰਿਹਾ। ਅਤੇ ਰਾਜੇ ਫਿਰ ਸੂਰਜ ਸੈਨ ਮਲ ਨੇ ਆਪਣੇ ਗੁਰੂ ਭਗਤ ਪੀਪਾ ਜੀ ਨੂੰ ਬੇਨਤੀ ਕੀਤੀ ਅਤੇ ਉਹਨਾਂ ਨੂੰ ਬੁਲਾਇਆ ਕਿ ਮਹਾਰਾਜ ਕਿਰਪਾ ਕਰੋ, ਰਾਜੇ ਚੁਲੀ ਨਿਆਵ ਕੀ, ਪੜ੍ਹਿਆ ਸੱਚ ਧਿਆਨ। ਰਾਜੇ ਦਾ ਧਰਮ ਆ ਪੂਰਾ ਨਿਆਂ ਕਰੇ। ਜਦ ਰਾਜਾ ਪੀਪਾ ਜੀ ਰਾਜੇ ਦੇ ਕੋਲ ਆਏ, ਉਹਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਹਾਂਜੀ ਦੇਖਿਆ, ਇਹ ਮੁਕੱਦਮੇ ਦਾ ਜਿਹੜਾ ਤੱਤ ਸੀ ਨੂੰ ਸਮਝਿਆ, ਔਰ ਲੋਹੇ ਦੇ ਕਿੰਨੇ ਛੋਟੇ ਸੰਦੂਕ ਬਣਾ ਲਏ। ਇੱਕ ਬੜੀ ਸਾਰੀ ਪੇਚ ਵਾਲੀ ਲੋਹੇ ਦੀ ਬੋਤਲ ਬਣਾ ਕੇ ਉਹਨਾਂ ਦੋਹਾਂ ਪੁਰਖਾਂ ਨੂੰ ਕਹਿਣ ਲੱਗੇ, ਤੁਸੀਂ ਦੋਹਾਂ ਵਿੱਚੋਂ ਜਿਹੜਾ ਵੀ ਇਸ ਬੋਤਲ 'ਚ ਵੜ ਜਾਏਗਾ ਔਰ ਅੱਧਾ ਘੰਟਾ ਵਿੱਚ ਬੈਠਾ ਰਹਿ ਕੇ ਅਤੇ ਸਾਨੂੰ ਆਪਣੇ ਅੰਦਰ ਹੋਣ ਦੀ ਆਵਾਜ਼ ਦੇਵੇਗਾ, ਔਰ ਫਿਰ ਸਾਡੇ ਕਹਿਣ 'ਤੇ ਬੋਤਲ ਤੋਂ ਬਾਹਰ ਨਿਕਲੇਗਾ, ਉਹ ਹੀ ਇਸਤਰੀ ਦਾ ਪਤੀ ਹੋਏਗਾ, ਉਹਨੂੰ ਇਹ ਇਸਤਰੀ ਮਿਲੇਗੀ। ਰਾਜੇ ਦੇ ਫੈਸਲੇ ਨੂੰ ਸੁਣ ਕੇ ਨਾ ਇੱਕ ਪੁਰਖ ਤਾਂ ਚੁੱਪ ਕਰ ਲਿਆ, ਦੂਜਾ ਝੱਟ ਬੋਲਿਆ, ਕਹਿੰਦਾ ਮੈਂ ਬੋਤਲ 'ਚ ਜਾ ਵੜਦਾ ਹਾਂ। ਰਾਜਾ ਪੀਪਾ ਕਹਿਣ ਲੱਗੇ ਕਿ ਇਹ ਬੋਤਲ ਇੱਕ ਬਲਵਾਨ ਯੋਧੇ ਦੇ ਹੱਥ 'ਚ ਫੜਾਈ ਹੋਈ ਸੀ ਉਹਨੇ ਨੇ, ਦੂਜੇ ਹੱਥ ਵਿੱਚ ਬੋਤਲ ਦਾ ਪੇਚਦਾਰ ਕਾਰਕ ਸੀਗਾ। ਜਦ ਉਹ ਬੋਤਲ 'ਚ ਵੜ ਗਿਆ, ਵਿੱਚੋਂ ਉਹਨੇ ਆਵਾਜ਼ ਦਿੱਤੀ, ਫਿਰ ਰਾਜੇ ਦੇ ਹੁਕਮ ਨਾਲ ਹਾਂਜੀ ਆਵਾਜ਼ ਦੇ ਗਿਆ, ਅਤੇ ਰਾਜੇ ਨੇ ਇਸ਼ਾਰਾ ਕਰਕੇ ਉਹਦੇ ਉੱਤੇ ਉਹ ਜਿਹੜਾ ਕਾਰਕ ਸੀ ਉਹ ਲਾ ਦਿੱਤਾ। ਫਿਰ ਉਹ ਬੋਤਲ ਨੂੰ ਲੋਹੇ ਦੀ ਛੋਟੀ ਜਿਹੀ ਪੇਟੀ ਵਿੱਚ, ਅਤੇ ਉਸ ਪੇਟੀ ਤੋਂ ਵੱਡੀ ਪੇਟੀ ਵਿੱਚ, ਉਹ ਤੋਂ ਵੱਡੀ ਪੇਟੀ 'ਚ ਗੱਲ ਕੀ ਇਸ ਤਰ੍ਹਾਂ ਨੰਬਰਵਾਰ ਲੋਹੇ ਦੇ ਸੰਦੂਕ ਦੇ ਵਿੱਚ ਸੰਦੂਕ ਰੱਖ ਕੇ ਅਤੇ ਸਾਰੇ ਸੰਦੂਕ ਬੰਦ ਕਰਦਿਆਂ ਜਦ ਇੱਕ ਸੰਦੂਕ ਬਣ ਗਿਆ, ਅਤੇ ਰਾਜੇ ਪੀਪੇ ਨੇ ਉਹ ਇਸ ਇਸਤਰੀ ਨੂੰ ਕਿਹਾ, ਪੁੱਤਰੀ ਜੋ ਇਹਨਾਂ ਸੰਦੂਕਾਂ ਵਿੱਚ ਬੰਦ ਹੈ ਉਹ ਤਾਂ ਭੂਤ ਸੀ,
ਇਸ ਨੇ ਤੇਰੇ ਪਤੀ ਦਾ ਰੂਪ ਧਾਰ ਕੇ ਤੇਰਾ ਧਰਮ ਭ੍ਰਿਸ਼ਟ ਕੀਤਾ ਸੀ, ਇਹਨੂੰ ਸਮੁੰਦਰ ਦੇ ਵਿੱਚ ਸੁੱਟ ਦੇ। ਇਹ ਪੁਰਖ ਤੇਰਾ ਪਤੀ ਹੈ, ਇਹਦੇ ਨਾਲ ਘਰ ਚਲੇ ਜਾ। ਉਹਨਾਂ ਦੋਹਾਂ ਨੂੰ ਫਿਰ ਘਰ ਭੇਜ ਕੇ ਅਤੇ ਭੂਤ ਦੇ ਸੰਦੂਕ ਨੂੰ ਸਮੁੰਦਰ ਸਿਟਾ ਦਿੱਤਾ। ਅਤੇ ਕਈ ਸਾਖੀਕਾਰਾਂ ਨੇ ਐਸਾ ਵੀ ਦੱਸਿਆ ਕਿ ਭਗਤ ਪੀਪਾ ਜੀ ਨੇ ਉਹ ਭੂਤ ਦੀ ਵੀ ਕਲਿਆਣ ਕਰ ਦਿੱਤੀ ਸੀ। ਇਸ ਵਾਸਤੇ ਜਦੋਂ ਪੀਪਾ ਜੀ ਨੇ ਮੁਕੱਦਮਾ ਕਰਨ ਲਈ ਰਾਜਾ ਸੂਰਜਮਲ ਕੋਲ ਆਏ ਸੀ, ਉਦੋਂ ਫਿਰ ਇਹਨਾਂ ਦੇ ਆਸ਼ਰਮ ਉੱਤੇ ਸੰਤ ਮੰਡਲੀ ਆ ਗਈ। ਭਗਤ ਜੀ ਘਰ ਨਹੀਂ ਸੀ ਅਤੇ ਉਹਨਾਂ ਦੇ ਘਰੋਂ ਮਾਤਾ ਸੀਤਾ ਸਹਿਚਰੀ ਜੀ ਨੇ ਸੰਤਾਂ ਦੀ ਪੂਰੀ ਸੇਵਾ ਕੀਤੀ। ਜਾਂ ਲੰਗਰ ਦੀ ਤਿਆਰੀ ਵੱਲ ਧਿਆਨ ਆਇਆ, ਘਰ ਵਿੱਚ ਦੇਖਿਆ ਵੀ ਕੋਈ ਵਸਤੂ ਤਾਂ ਹੈ ਨਹੀਂ, ਅਤੇ ਸੀਤਾ ਰਾਣੀ ਨੇ ਸੋਚਿਆ ਕਿ ਸਵਾਮੀ ਜੀ ਦਾ ਘਰ ਨਹੀਂ, ਸੰਤਾਂ ਨੂੰ ਭੋਜਨ ਨਾ ਮਿਲਿਆ ਅਤੇ ਪਾਪ ਹੋਏਗਾ, ਕਿੱਥੋਂ ਸਿੱਧਾ ਲਿਆ ਕੇ ਭੋਜਨ ਤਿਆਰ ਕਰ ਜ਼ਰੂਰ ਛਕਾਉਣਾ ਚਾਹੀਦਾ। ਐਸਾ ਵਿਚਾਰ ਕਰਕੇ ਉਹ ਘਰ ਤੋਂ ਬਾਹਰ ਗਈ ਅਤੇ ਫਿਰ ਇੱਕ ਬਾਣੀਏ ਨੂੰ ਆਵਾਜ਼ ਮਾਰ ਕੇ ਅਤੇ ਉਹਨਾਂ ਨੇ ਕੁਝ ਮਾਇਆ ਜਿਹੜੀ ਸੀ ਮੰਗੀ, ਅਤੇ ਫਿਰ ਉਹ ਮਾਇਆ ਲੈ ਕੇ ਸਮੱਗਰੀ ਜਿਹੜੀ ਸੀ ਮੰਗਾ ਕੇ ਅਤੇ ਲੰਗਰ ਪਾਣੀ ਬਣਾ ਕੇ ਛਕਾਇਆ। ਅਤੇ ਜਦ ਨੂੰ ਭਗਤ ਪੀਪਾ ਜੀ ਆ ਗਏ ਅਤੇ ਫਿਰ ਸੰਤ ਮੰਡਲੀ ਪ੍ਰਸ਼ਾਦ ਛਕ ਰਹੀ ਸੀ, ਅਤੇ ਭਗਤ ਪੀਪਾ ਜੀ ਰਾਜੇ ਸੂਰਜਮਲ ਕੋਲੋਂ ਫਿਰ ਘਰੇ ਆਏ। ਉਹ ਸੇਵਾ ਹੁੰਦੀ ਦੇਖ ਕੇ ਬੜੇ ਖੁਸ਼ ਹੋ ਗਏ, ਕਹਿਣ ਲੱਗੇ ਵੀ ਇਹ ਸਾਰਾ ਸਿੱਧਾ ਕਿੱਥੋਂ ਆਇਆ। ਉਹ ਭਗਵਾਨ ਨੇ ਬਾਣੀਏ ਦਾ ਰੂਪ ਧਾਰ ਕੇ ਸਾਰੀ ਸਮੱਗਰੀ ਦੇ ਗਏ ਸੀ। ਅਤੇ ਫਿਰ ਭਗਤ ਪੀਪਾ ਜੀ ਬੜੇ ਖੁਸ਼ ਹੋਏ, ਕਿਉਂਕਿ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਵ ਕੁਸਲ ਤਬ ਥੀਆ, ਸੰਤਨ ਬਿਨ ਅਵਰ ਨਾ ਦਾਤਾ ਬੀਆ। ਕਿਉਂ ਸਾਡਾ ਤਨ ਵੀ ਸੰਤਾਂ ਦਾ, ਉਹਨਾਂ ਦੀ ਮਰਜ਼ੀ ਹੈ ਉਵੇਂ ਵਰਤਣ, ਕਿਉਂਕਿ ਤਨ ਮਨ ਧਨ ਦੀ ਮਮਤਾ ਛੱਡ ਕੇ ਸੰਤਾਂ ਦੀ ਸੇਵਾ ਭਗਤੀ ਕਰਕੇ ਉਹਨਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਨਾ ਚਾਹੀਦਾ। ਕਹਿੰਦੇ ਮੈਂ ਪਰਮੇਸ਼ਰ ਦਾ ਬਹੁਤ ਸ਼ੁਕਰ ਕਰ ਰਿਹਾ, ਜਿਨ ਭਗਤ ਪੀਪਾ ਜੀ ਕਹਿੰਦੇ ਸੰਤਾਂ ਦੀ ਸੇਵਾ ਕਰਨ ਵਾਲੀ ਮੈਨੂੰ ਇਹ ਹਾਂਜੀ ਇਸਤਰੀ ਬਖਸ਼ੀ ਹੈ, ਅਤੇ ਸੀਤਾ ਨੇ ਕਿ ਮੈਨੂੰ ਭਗਤ ਪੀਪੇ ਵਰਗਾ ਪਤੀ ਹੋਣ ਦਾ ਮਾਣ ਦਿੱਤਾ। ਅਤੇ ਇਸ ਤਰ੍ਹਾਂ ਹੀ ਫਿਰ ਉਹਨਾਂ ਨੇ ਜੋ ਸੇਵਾ ਕਰਕੇ ਨਿਰੰਕਾਰ ਪਰਮਾਤਮਾ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ ਹਨ। ਸੋ ਇਸ ਕਰਕੇ ਇਹ ਆ ਕਿ ਸਿਦਕ ਦੇ ਵਿੱਚ ਕਾਇਮ ਰਹਿਣਾ, ਇਹਦੇ ਨਾਲ ਇਸ ਬਰਕਤ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ, ਕਿਉਂਕਿ ਸੇਵਾ ਜਿਹੜੀ ਹੈ ਇਹ ਸਾਰੀਆਂ ਬਰਕਤਾਂ ਨੂੰ ਪੈਦਾ ਕਰਦੀ ਹੈ। ਕਬੀਰ ਸਾਹਿਬ ਦਾ ਵੀ ਜਗ ਮਹਾਰਾਜ ਨੇ ਇਸ ਤਰ੍ਹਾਂ ਪੂਰਾ ਕੀਤਾ ਸੀ। ਇਸ ਕਰਕੇ ਕਹਿ ਰਹੇ ਹੈ, ਕੌਣ ਨਾਮ ਜਗ ਜਾ ਕੇ ਸਿਮਰੈ, ਪਾਵੈ ਪਦ ਨਰਵਾਨਾ। ਸੇਵਾ ਕਿਹਦੀ ਹੈ? ਸੰਤ ਸੇਵਾ, ਪਰਮਾਤਮਾ ਦਾ ਨਾਮ ਜਪਣਾ। ਕੌਣ ਨਾਮ ਜਗ ਜਾ ਕੇ ਸਿਮਰੈ, ਉਹ ਕਿਹੜਾ ਨਾਮ ਹੈ ਜਿਹਨੂੰ ਜਗ ਮੈਨੇ ਜੀਵ ਸਿਮਰ ਕੇ ਚੇਤੇ ਕਰਕੇ ਨਿਰਵਾਣ ਪਦ ਨੂੰ ਪਾ ਲਵੇ, ਉਹ ਹੈ ਪਰਮੇਸ਼ਰ ਦਾ ਨਾਮ। ਉਹਦੇ ਅੱਗੇ ਇਸ ਤਰ੍ਹਾਂ ਬੇਨਤੀ ਕਰੇ, ਭੈ ਦਇਆਲ ਕਿਰਪਾਲ ਸੰਤ ਜਨ, ਤਬ ਇਹ ਬਾਤ ਬਤਾਈ। ਜਦੋਂ
ਦਇਆ ਦੇ ਘਰ 'ਚ ਆ ਜਾਂਦੇ ਮਹਾਂਪੁਰਖ। ਜਦੋਂ ਕਿਰਪਾਲੂ ਹੋ ਗਏ, ਕਹਿੰਦੇ ਉਹਨਾਂ ਨੇ ਸਾਨੂੰ ਇਹ ਬਾਤ ਬਤਾਈ, ਗੱਲ ਦੱਸੀ ਹੈ ਕਿ ਸੇਵਾ ਅਤੇ ਸਿਮਰਨ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਰਬ ਧਰਮ ਮਾਨੋ ਤਿਹ ਕੀਏ, ਜਿਹੇ ਪ੍ਰਭ ਕੀਰਤ ਗਾਈ। ਕਹਿੰਦੇ ਇਹ ਗੁਰਮੁਖੋ, ਜਿਨ੍ਹਾਂ ਨੇ ਪਰਮੇਸ਼ਰ ਦੀ ਕੀਰਤੀ ਗਾਈ, ਜਸ ਕੀਤਾ ਹੈ, ਉਹਨਾਂ ਨੇ ਸਰਬ ਧਰਮ ਕਰ ਲਿਆ। ਹਾਂਜੀ, ਇਹ ਗੱਲ ਤੁਸੀਂ ਮੰਨ ਲਓ ਕਿ ਜਿਨ ਪਰਮੇਸ਼ਰ ਦਾ ਨਾਮ ਜਪ ਲਿਆ, ਸਮਝੋ ਸਾਰੇ ਧਰਮ ਕਰਮ ਉਹਦੇ ਵਿੱਚ ਹੀ ਆ ਗਏ ਹਨ ਨਾਮ ਜਪਣ ਦੇ ਵਿੱਚ। ਰਾਮ ਨਾਮ ਨਰ ਨਿਸ, ਰਾਮ ਨਾਮ ਨਰ ਨਿਸਵਾਸਰ ਮੈਂ ਨਿਮਖ ਏਕ ਉਰਧਾਰੈ। ਪਰਮੇਹ ਪੁਰਸ਼ਾ, ਜਿਹੜਾ ਪੁਰਸ਼ ਰਾਮ ਦੇ ਨਾਮ ਨੂੰ ਨਿਸਵਾਸਰ ਦਿਨ ਰਾਤ ਏਕ ਨਿਮਖ, ਨਿਸਵਾਸਰ ਦਿਨ ਰਾਤ ਨਿਮਖ ਏਕ ਉਰਤਾਰਾ, ਇੱਕ ਨਿਮਖ ਮਾਤਰ ਵੀ ਹਿਰਦੇ ਧਾਰਨ ਕਰ ਲਵੇ, ਥੋੜਾ ਸਮਾਂ ਵੀ ਧਾਰਨ ਕਰ ਲਵੇ। ਰਾਮ ਨਾਮ ਨਰ ਨਿਸਵਾਸਰ ਮੈਂ ਨਿਮਖ ਏਕ ਉਰਤਾਰਾ। ਜਿਹੜਾ ਪੁਰਸ਼ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਇੱਕ ਨਿਮਖ ਮਾਤਰ ਵੀ ਔਰ ਧਾਰਾ ਹਿਰਦੇ ਧਾਰਨ ਕਰ ਲਵੇ, ਜਮ ਕੋ ਤਰਾਸ ਮਿਟੈ, ਨਾਨਕ ਤੇ ਆਪਣੋ ਜਨਮ ਸਵਾਰੈ। ਮਹਾਰਾਜ ਕਹਿੰਦੇ ਉਹ ਜਿਹੜਾ ਪੁਰਸ਼ ਹੈ, ਪੁਰਸ਼ ਦੇ ਮਨ ਚੋਂ ਜਮਾਂ ਦਾ ਤਰਾਸ ਜਿਹੜਾ ਡਰ ਆ ਨਾ, ਉਹ ਮਿਟ ਜਾਂਦਾ। ਤੇ ਉਹ ਪੁਰਸ਼ ਜਿਹੜਾ ਆਪਣੇ ਜਨਮ ਨੂੰ ਸਵਾਰ ਲੈਂਦਾ ਹੈ, ਕਿਉਂਕਿ ਜਮਾਂ ਦਾ ਵੀ ਭੈ ਬੜਾ ਹੈ। ਤੇ ਜਿਹੜਾ ਦਿਨ ਰਾਤ ਉਹਦੇ ਨਾਮ ਨੂੰ ਜਪਦਾ, ਉਹਦਾ ਜਿਹੜਾ ਭੈ ਹੈ ਉਹ ਦੂਰ ਹੋ ਜਾਂਦਾ ਹੈ। ਇਸ ਕਰਕੇ ਨਿਸਵਾਸਰ ਦਿਨ ਰਾਤ ਕਹਿੰਦੇ ਉਹਦਾ ਜਿਹੜਾ ਨਾਮ ਆ ਉਹਨੂੰ ਜਪੇ ਤੇ ਹਿਰਦੇ ਦੇ ਵਿੱਚ ਧਾਰਨ ਕਰ ਲਵੇ। ਐਸਾ ਪਰਮੇਸ਼ਰ ਦਾ ਜਿਹੜਾ ਨਾਮ ਹੈ, ਇਹਦੇ ਵਿੱਚ ਬੜੀਆਂ ਭਾਰੀ ਬਰਕਤਾਂ ਹੈਗੀਆਂ। ਪਰਮੇਸ਼ਰ ਦੇ ਨਾਮ ਦੇ ਵਿੱਚ ਐਸੀਆਂ ਬਰਕਤਾਂ ਕਿ ਨਿਸਵਾਸਰ ਦਿਨ ਰਾਤ ਪਰਮੇਸ਼ਰ ਦਾ ਜਿਹੜਾ ਨਾਮ ਆ ਉਹਨੂੰ ਮਨ ਦੇ ਵਿੱਚ ਧਾਰਨ ਕਰ ਲਵੇ। ਇਹ ਨਾਮ ਦੇ ਵਿੱਚ ਐਸੀਆਂ ਬਰਕਤਾਂ ਉਸ ਕਰਤੇ ਪੁਰਖ ਨੇ ਰੱਖੀਆਂ ਹੋਈਆਂ ਹਨ। ਜਿਹੜਾ ਵੀ ਪੁਰਸ਼ ਨਾਮ ਦੀ ਬਰਕਤ ਨੂੰ ਹਿਰਦੇ 'ਚ ਧਾਰਦਾ ਹੈ, ਮਹਾਰਾਜ ਉਹਦੇ 'ਤੇ ਮਹਾਨ ਕਿਰਪਾ ਕਰ ਦਿੰਦੇ ਹਨ। ਰਾਮ ਨਾਮ ਰਾਮ ਨਾਮ ਨਿਸਵਾਸਰ, ਰਾਮ ਨਾਮ ਨਰ ਨਿਸਵਾਸਰ ਦਿਨ ਰਾਤ ਜਿਹੜਾ ਮਨ 'ਚ ਧਾਰਦਾ ਤੇ ਪਰਮੇਸ਼ਰ ਦੀ ਉਹਨੂੰ ਜਿਹੜੀ ਬਰਕਤ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਆ ਉਹਦੇ 'ਚ ਬੜੀਆਂ ਭਾਰੀ ਬਰਕਤਾਂ ਹੈਗੀਆਂ। ਉਹ ਹੈ ਗੁਰਮੁਖ ਪਿਆਰਾ ਆਪਣੇ ਜਨਮ ਨੂੰ ਸਵਾਰ ਲੈਂਦਾ ਹੈ, ਕਿਉਂਕਿ ਪਰਮਾਤਮਾ ਦਾ ਨਾਮ ਐਸਾ ਹੈ ਜਿਹਦੇ ਵਿੱਚ ਸਾਰੀਆਂ ਹੀ ਬਰਕਤਾਂ ਹੈਗੀਆਂ। ਉਹਦਾ ਉਹ ਕਦੇ ਵੀ ਤਿਆਗ ਨਹੀਂ ਕਰਦਾ, ਹਮੇਸ਼ਾ ਨਾਮ ਦਾ ਸਿਮਰਨ ਕਰਦਾ ਹੈ। ਪਰਮਾਤਮਾ ਦੇ ਨਾਮ ਦੇ ਵਿੱਚ
बड़े गुणियाँ बड़े बड़े ऋषियों के प्रसंग पढ़ के देख लो कि इस नाम की कमाई करने के नाल उन्होंने प्रेमियों किहड़ियां किहड़ियां बरकतां जिहड़ियां प्राप्त नहीं हुईयां, भाव सारियां बरकतां उन्होंने नाम दे विचों ही प्राप्त हुईयां हैं कि इस करके जिहड़े गुरमुख प्यारे है दिन रात परमेश्वर दे नाम दी वो कमाई करते हैं, दिन रात उहदे नाम दा सिमरन करते हैं। नाम दे सिमरन विच ही सारियां बरकतां जिहड़ियां वो हैगियां, क्यों जदों भी वो परमेश्वर दे नाम दी आराधना करते हैं तो परमात्मा फिर दया करके उन्होंने सारियां बरकतां जिहड़ियां है वो बख्शिश कर दिंदा है। बड़े बड़े महापुरखों के जीवन पढ़न तो ये सारा कुछ ही प्राप्त हुंदा कि किस तरह उन्होंने नाम की कमाई की। धन धन बाबा करम सिंह साहब का जीवन पढ़ लो तो उन्होंने सिमरन किमें किया, जड़ चेतन माया नूं किमें जित्या, किमें नाम की कमाई की। ते धन धन बाबा आया सिंह जी महाराज जी ने उन्होंने तत्पर हो के सेवा किमें की, क्योंकि सेवा भी बड़ा उत्तम कर्म है। ये भी महाराज की मेहर होवे फिर ये सेवा हुंदी है। गुर पीरां की चाकरी महा करड़ी सुख सार है। जिहड़ी गुरु पीरां की चाकरी है तां बड़ी करड़ी है पर सार सुख नूं देण वाली है। राम नाम नर निस्वासर में निमख एक और तारा। एक निमख मात्र भी तार लवे, जम को त्रास मिटे नानक तेह अपनों जन्म सवार। कहते उन्हों का त्रास डर मिट जाता, वो अपने जन्म नूं सवार लैंदा है। क्योंकि गुरमुख जन्म सवार दरगह चलिया, सच्ची दरगह जाए सच्चा पिड़ मलिया। गुरमुख जन्म सवार लेंदे है, मनुख बिगाड़ के चले जाते हैं। समा तां महाराज सब नूं दिंदे है पर गुरु की किरपा नाल ही इस पासे सोझी आउंदी है। जम को त्रास मिटै नानक तेह अपनों जन्म सवारै। पातशाह कहते हैं जिन्हां पुरखां दे मन विच जमां दा डर सी ना मिट जाता है और अपने जन्म नूं सवार लेंदे हैं। रामकली महला नावा प्राणी नारायण सुध लेह। छिन छिन औध घटै निस्वासर बृथा जात है देह रहाओ। पातशाह कहते है प्राणियां परमात्मा के नाम की सुध लै। भाव की है सुध की लैनी है, उन्होंने चेते करना। क्यों पल पल थोड़ा थोड़ा समा, हाँ जी, रात दिन उम्र जिहड़ी घटदी जाती है। छिन छिन औध घटै निस्वासर। छिन छिन विच औध उम्र जिहड़ी घट रही है दिन रात। बृथा जात है दे। और ऐसा मनुष्य का शरीर जिहड़ा देवतियां नूं भी दुर्लभ आ, वो व्यर्थ जा रहा है।
इस देही को सिमरै देव, सो देही भज हर की सेव। भजहो गोबिंद भूल मत जाहो, मानस जन्म का यही लाहो। ये दुर्लभ दे है जिहड़ी व्यर्थ जा रही है। इस वास्ते नाम जपण दी जिहड़ी सुध है वो लैनी करो। भाव ਉਹਦਾ ਜਿਹੜਾ ਨਾਮ ਆ ਉਹ ਜਪੋ। ਜਿਵੇਂ ਹੁਣ ਭਗਤ ਪੀਪਾ ਜੀ ਸੀਗੇ ਅਤੇ ਪਹਿਲਾਂ ਇਹ ਦੇਵੀ ਦੇ ਉਪਾਸ਼ਕ ਸੀ। ਉੱਥੇ ਕਦੇ ਸੰਤ ਮੰਡਲੀ ਆ ਗਈ। ਸੰਤ ਮੰਡਲੀ ਜਿਹੜੇ ਆਈ ਅਤੇ ਫਿਰ ਇਹ ਬੜੀ ਸੇਵਾ ਕਰਦੇ ਹੁੰਦੇ ਸੀ। ਅਤੇ ਸੰਤਾਂ ਨੇ ਕਿਹਾ ਤੂੰ ਪਰਮੇਸ਼ਰ ਦਾ ਭਜਨ ਕਰਿਆ ਕਰ। ਇਹਦੀ ਦੇਵੀ ਦੇ ਉੱਤੇ ਬੜੀ ਸ਼ਰਧਾ ਸੀ। ਉਹ ਰਾਤ ਨੂੰ ਦੇਵੀ ਨੇ ਕੋਈ ਐਸਾ ਭੈ ਦਿਖਾਇਆ, ਮੰਜੇ ਤੋਂ ਜਾ ਕੇ ਭੁੰਨੇ ਸੁੱਟ ਦਿੱਤਾ। ਇਹ ਡਰਿਆ ਵੀ ਮਾਤਾ ਮੈਂ ਤਾਂ ਤੇਰੀ ਸੇਵਾ ਕਰਦਾ। ਕਹਿੰਦੇ ਤੈਨੂੰ ਸੰਤਾਂ ਨੇ ਜਿਹੜਾ ਬਚਨ ਕਿਹਾ ਸੀ ਤੂੰ ਮੰਨਿਆ ਨਹੀਂ। ਫਿਰ ਇਹ ਸਵਾਮੀ ਰਾਮਾਨੰਦ ਜੀ ਕੋਲ ਗਏ ਅਤੇ ਸੇਵਾ ਨੂੰ ਬੇਨਤੀ ਕੀਤੀ ਮੈਂ ਦਰਸ਼ਨ ਕਰਨੇ ਮਹਾਂਪੁਰਖਾਂ ਦੇ। ਉਹ ਕਹਿੰਦੇ ਸਾਡਾ ਵੀ ਰਾਜਿਆਂ ਨਾਲ ਕੀ ਮਤਲਬ ਹੈ। ਫਿਰ ਇਹ ਸਾਰਾ ਕੁਝ ਤਿਆਗ ਕੇ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਵਿੱਚ ਆਏ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਅਤੇ ਇਸ ਵਾਸਤੇ ਉੱਧਰ ਦੇਵੀ ਦਾ ਹੀ ਤੂੰ ਕਹੀ ਅਤੇ ਯਾਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਿਪਾਨੀ। ਫਿਰ ਭਗਤ ਪੀਪਾ ਜੀ ਉਹਨਾਂ ਦੀ ਸ਼ਰਨ ਵਿੱਚ ਆ ਗਿਆ ਅਤੇ ਉਹਨਾਂ ਨੇ ਫਿਰ ਇਹਨਾਂ ਨੂੰ ਬੜੀ ਪ੍ਰਸੰਨਤਾ ਦਿੱਤੀ। ਕਹਿਣ ਲੱਗੇ ਕਿਵੇਂ ਆਇਆ। ਅਖੇ ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਕਹਿੰਦੇ ਇੰਨੀ ਛੇਤੀ ਸਿੱਖ ਹੋਣਾ ਚਾਹੁੰਦਾ, ਉਪਦੇਸ਼ ਲੈਣਾ ਚਾਹੁੰਦਾ, ਜਾਂ ਖੂਹ ਛਾਲ ਮਾਰ। ਇਹ ਸੁਣਦੇ ਭਗਤ ਪੀਪਾ ਜੀ ਦੌੜ ਪਏ। ਉਹਨੇ ਕਿਹਾ ਬੜਾ ਰਾਜਪੂਤ ਰਾਜਾ ਹਾਠੀ ਹੈ, ਇੱਕਦਮ ਸੇਵਕਾਂ ਨੂੰ ਭੇਜਿਆ ਪਕੜ ਕੇ ਲਿਆਓ। ਇਹ ਚਰਨਾਂ 'ਚ ਲਿਆਂਦਾ। ਉਹਨੇ ਉਪਦੇਸ਼ ਦੇ ਕੇ ਫਿਰ ਇਹਨਾਂ 'ਤੇ ਬਖਸ਼ਿਸ਼ ਕਰ ਦਿੱਤੀ। ਕਹਿਣ ਲੱਗੇ ਤੁਸੀਂ ਹੁਣ ਘਰੇ ਚੱਲ ਜਾਓ ਅਤੇ ਆਏ ਗਏ ਸੰਤਾਂ ਦੀ ਸੇਵਾ ਕਰਿਆ ਕਰੋ, ਭਜਨ ਕਰਿਆ ਕਰੋ। ਬਸ ਫਿਰ ਇਹ ਨਾਮ ਬਾਣੀ 'ਚ ਹੀ ਲੱਗੇ ਰਹੇ। ਮਨ ਜਿਹੜਾ ਸੀ ਫਿਰ ਬੜਾ ਬਰਾਗ ਰਹੇ। ਅਤੇ ਫਿਰ ਜਦੋਂ ਘਰ ਦਾ ਤਿਆਗ ਕਰਨ ਲੱਗੇ, 12 ਇਸਤਰੀਆਂ ਸੀਆਂ, ਉਹਨਾਂ ਨੂੰ ਤਾਂ ਸਮਝਾਇਆ ਬੁਝਾ ਰਹਿ ਪਈਆਂ। ਜਿਹੜੀ ਸੀਤਾ ਸਹਿਚਰੀ ਸੀ ਉਹ ਕਹੇ ਮੈਂ ਨਾਲ ਹੀ ਜਾਣਾ। ਨਹੀਂ ਫਿਰ ਉਹਦੀ ਵੀ ਪਰਖ ਕੀਤੀ ਅਤੇ ਪਰ ਉਹ ਪਰਖ ਪੂਰੇ ਉਤਰੇ। ਫਿਰ ਸਵਾਮੀ ਰਾਮਾਨੰਦ ਜੀ ਨੇ ਕਿਹਾ ਕੋਈ ਗੱਲ ਨਹੀਂ ਕਿ ਤੁਸੀਂ ਦੋਨੋਂ ਹੀ ਸੇਵਾ ਕਰਕੇ ਭਜਨ ਕਰਕੇ ਕਲਿਆਣ ਪ੍ਰਾਪਤ ਕਰੋ। ਫਿਰ ਭਗਤ ਪੀਪਾ ਜੀ ਨੇ ਅਤੇ ਉਹਨਾਂ ਦੇ ਘਰੋਂ ਮਾਤਾ ਜੀ ਸੰਗਤ ਦੀ ਸੇਵਾ ਕਰਦੇ ਰਹੇ। ਬੜੀ ਉੱਚੀ ਪਦਵੀ ਪਾਈ ਹੈ। ਤਰਨਾ ਪੋ ਵੇਖੀਨ ਸਿਉ ਖੋਇਓ ਬਾਲਪਨ ਅਗਿਆਨਾ। ਜਿਹੜਾ ਬਾਲਪਨ ਆ, ਬਾਲਕਪੁਣਾ ਆ, ਹਾਂਜੀ, ਜਿਹੜੇ ਉਹ ਚਲੇ ਜਾਂਦਾ ਫਿਰ ਜਵਾਨ ਤਰਨਾ ਪੋ ਜਵਾਨੀ ਆ ਜਾਂਦੀ ਹੈ। ਜਿਹੜਾ ਬਾਲਕਪਨ ਆ ਉਹ ਅਗਿਆਨ ਵਿੱਚ ਚਲੇ ਜਾਂਦਾ, ਉਦੋਂ ਸੋਝੀ ਨਹੀਂ ਹੁੰਦੀ। ਫਿਰ ਜਵਾਨੀ ਚ ਲਿਆ ਜਾਂਦੀ ਹੈ। ਫਿਰ ਇਹ ਹਾਂਜੀ ਵਿਸ਼ਿਆਂ ਵਿਕਾਰਾਂ ਵਿੱਚ ਆਪਣਾ ਜੀਵਨ ਨਸ਼ਟ ਕਰ ਲੈਂਦਾ ਹੈ। ਜਿਹੜੇ ਜਵਾਨੀ ਦਾ ਵਕਤ ਸਮਾਂ ਸੀ ਉਹ ਉਹਨੂੰ ਵਿਖਿਆਂ ਵਿਕਾਰਾਂ ਭੈੜੀਆਂ ਆਦਤਾਂ ਵਿੱਚ ਖੋ ਲਿਆ, ਨਸ਼ਟ ਕਰ ਲਿਆ ਹੈ। ਬਿਰਧ ਭਇਓ ਅਜਹੂ ਨਹੀਂ ਸਮਝੇ, ਕੌਣ ਕੁਮਾ ਤੁਰ ਜਾਨਾ। ਕਹਿੰਦੇ ਜਿਹੜੇ ਬੁੱਢਾ ਹੋ ਜਾਂਦਾ ਹਾਲੇ ਵੀ ਨਹੀਂ ਸਮਝਦਾ, ਫਿਰ ਵੀ ਮਨ ਦੇ ਵਿੱਚ ਬੜੀਆਂ ਕਲਪਨਾ ਕਰੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਹੈ ਤੂੰ ਕੌਣ, ਕਿਹੜੀ ਖੋਟੀ ਮੱਤ ਦੇ ਵਿੱਚ ਉਲਝਾਨਾ ਉਲਝਿਆ ਹੋਇਆ ਹੈ। ਖੋਟੀ ਜਿਹੜੀ ਮੱਤ ਆ
ਉਹਦੇ 'ਚ ਫਸਿਆ ਹੋਇਆ। ਨਾਮ ਬਾਣੀ ਵੱਲ ਤੇਰਾ ਮਨ ਆਉਂਦਾ ਹੀ ਨਹੀਂ, ਭਜਨ ਸਿਮਰਨ ਵੱਲ ਤੂੰ ਤੁਰਦਾ ਹੀ ਨਹੀਂ। ਇਸ ਤਰ੍ਹਾਂ ਹੀ ਆਪਣਾ ਜੀਵਨ ਤੂੰ ਨਸ਼ਟ ਭ੍ਰਿਸ਼ਟ ਕਰਦਾ ਜਾ ਰਿਹਾ ਹਾਂ। ਪਾਤਸ਼ਾਹ ਕਹਿੰਦੇ ਹਨ, ਮਾਨਸ ਜਨਮ ਦਿਓ ਜਿਹ ਠਾਕਰ, ਸੋ ਤੈਂ ਕਿਉਂ ਵਿਸਰਾਇਓ। ਜਿਸ ਠਾਕਰ ਨਿਰੰਕਾਰ ਨੇ ਤੈਨੂੰ ਮਨੁੱਖ ਜਨਮ ਦਿੱਤਾ, ਬੜਾ ਅਮੋਲਕ ਹੈ। ਇਹ ਮੂਰਖਾ, ਤੂੰ ਉਹਨੂੰ ਕਿਉਂ ਭੁਲਾ ਦਿੱਤਾ, ਉਸ ਪਰਮੇਸ਼ਰ ਨੂੰ ਕਿਉਂ ਭੁਲਾਇਆ। ਕੋਈ ਆਂਡਿਆਂ ਦੀ ਸ੍ਰਿਸ਼ਟੀ ਹੈ, ਕੋਈ ਜ਼ਹਿਰ ਦੀ ਸ੍ਰਿਸ਼ਟੀ ਹੈ, ਕੋਈ ਹਾਂਜੀ ਧਰਤੀ ਜੋ ਪੈਦਾ ਹੋਣ ਵਾਲੀ ਬਨਸਪਤੀ ਵਗੈਰਾ ਹੈਗੀ ਹੈ, ਕੋਈ ਪਸੀਨੇ ਤੋਂ ਪੈਦਾ ਹੋਣ ਵਾਲੀ ਹੈ। ਅਤੇ ਮਨੁੱਖ ਜਨ ਸਾਰਿਆਂ ਨੂੰ ਉੱਤਮ ਸ੍ਰੇਸ਼ਟ ਇਹਨੂੰ ਬੁੱਧੀ ਵਿਚਾਰ ਦਿੱਤੀ ਹੈ। ਇਹਦੇ ਵਾਸਤੇ ਕੈਸੀ ਸੁੰਦਰ ਬਾਣੀ ਹਾਂਜੀ ਬਖਸ਼ੀ ਹੈ, ਅਮੋਲਕ ਜਨਮ ਦਿੱਤਾ ਹੈ। ਉਹਨੂੰ ਕਿਉਂ ਭੁਲਾ ਦਿੱਤਾ, ਉਹਦਾ ਨਾਂ ਹੀ ਭੁਲਾ ਦਿੱਤਾ ਹੈ। ਮੁਕਤ ਹੋਤ ਨਰ ਜਾ ਕੇ ਸਿਮਰੈ, ਨਿਮਖ ਨ ਤਾਂ ਕੋ ਗਾਇਓ। ਜਿਹਦਾ ਸਿਮਰਨ ਕਰਨ ਨਾਲ ਪੁਰਸ਼ ਮੁਕਤ ਹੋ ਜਾਂਦਾ ਹੈ। ਇਸ ਵਾਸਤੇ ਭਾਈ ਤੂੰ ਇੱਕ ਨਿਮਖ ਮਾਤਰ, ਥੋੜ੍ਹਾ ਮਾਤਰ ਵੀ ਉਹ ਨਿਰੰਕਾਰ ਦਾ ਜਸ ਨਹੀਂ ਗਾਇਆ ਹੈ, ਉਹਨੂੰ ਚੇਤੇ ਨਹੀਂ ਕੀਤਾ ਤੈਂ। ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨ ਕਾਹੂ ਜਾਈ। ਮੁਕਤ ਹੇਤ ਨਰ ਜਾ ਕੇ ਸਿਮਰੈ, ਮੁਕਤ ਹੋਤ ਨਰ ਜਾ ਕੇ ਸਿਮਰੈ, ਨਿਮਖ ਨ ਤਾਕੂ ਗਇਓ। ਜਿਹਨੂੰ ਚੇਤੇ ਕਰਨਾ ਪੁਰਸ਼ ਮੁਕਤ ਹੋ ਜਾਂਦਾ ਹੈ। ਮਾਨਸ ਜਨਮ ਦਿਓ ਜੇ ਠਾਕਰ, ਸੋ ਤੈਂ ਕਿਉਂ ਵਿਸਰਾਇਓ। ਜਿਨ ਮਨੁੱਖ ਜਨਮ ਦਿੱਤਾ ਉਹ ਤਾਂ ਤੂੰ ਭੁਲਾ ਦਿੱਤਾ। ਜਿਹਦਾ ਸਿਮਰਨ ਕਰਨੇ ਨਾਲ ਮੁਕਤ ਹੋ ਜਾਂਦਾ ਪੁਰਸ਼, ਉਹਦਾ ਜਸ ਤਾਂ ਨਿਮਖ ਨਹੀਂ, ਲੋਕਾਂ ਦੀਆਂ ਫੂਕੀਆਂ ਵਡਿਆਈਆਂ ਕਰਦਾ ਰਿਹਾ। ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨ ਕਹੂ ਜਾਏ। ਇਹ ਮਾਇਆ ਦਾ ਮਦ ਹੰਕਾਰ ਕਿਉਂ ਕਰ ਰਹੇ ਆ, ਇਹ ਤਾਂ ਕਿਸੇ ਦੇ ਨਾਲ ਜਾਂਦੀ ਨਹੀਂ ਹੈ। ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸੋਈ। ਨੌਵੇਂ ਪਾਤਸ਼ਾਹ ਜੀ ਕਹਿੰਦੇ ਹੈ, ਚਿੰਤਾਮਣੀ ਸਰੂਪ ਜਿਹੜਾ ਨਾਰਾਇਣ ਪਰਮੇਸ਼ਰ ਹੈ ਨਾ, ਉਹਦਾ ਸਿਮਰਨ ਕਰਨ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ ਹਨ। ਉਹਨੂੰ ਚੇਤੇ ਕਰ, ਉਹ ਅੰਤ ਸਮੇਂ ਤੇਰਾ ਸਹਾਇਕ ਹੋਏਗਾ। ਹੋਰ ਜਿਨ੍ਹਾਂ ਚੀਜ਼ਾਂ ਨੂੰ ਚੇਤੇ ਕਰਦਾ ਜਾਂ ਸੰਬੰਧੀਆਂ ਨੂੰ, ਉਹ ਤਾਂ ਤੇਰੇ ਸਹਾਈ ਹੋਣਗੇ, ਪਰਮੇਸ਼ਰ ਹੀ ਸਹਾਇਕ ਹੋਣਗੇ, ਉਹ ਤੇਰਾ ਸਹਾਈ ਹੋਵੇਗਾ। ਉਹ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਜੀ ਬਿੰਦਰਾਵਨ ਗੋਵਰਧਨ ਪਰਬਤ 'ਤੇ ਗਏ, ਉੱਥੇ ਜਿਹੜੇ ਬ੍ਰਿਜਵਾਸੀ ਲੋਕ ਸੀ ਉਹ ਮਿਲ ਕੇ ਮਾਰੇ ਚਰਨਾਂ ਜਾਏ। ਉਹਨਾਂ ਨੇ ਕਲਯੁਗ ਦਾ ਰੂਪ ਹਾਂਜੀ ਔਰ ਫਿਰ ਪੁੱਛਿਆ ਵੀ ਕਲਯੁਗ ਕਿੱਥੇ ਰਹਿੰਦਾ, ਅਤੇ ਮਹਾਰਾਜ ਨੇ ਉਹਨਾਂ ਨੂੰ ਦੱਸਿਆ। ਰਾਮਕਲੀ ਮਹੱਲਾ ਪਹਿਲਾ, ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਮਕਲੀ ਹੈ, ਪਹਿਲੇ ਪਾਤਸ਼ਾਹ ਕਿਰਪਾ ਕਰਦੇ ਹਨ। 8 ਪਦਾਂ ਦਾ ਸ਼ਬਦ ਹੈ, ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਅੱਜ ਵੀ ਕਹਿੰਦੇ ਕਲਯੁਗ ਹੈ, ਮਹਾਰਾਜ ਦੱਸਦੇ ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹਿ। ਕਹਿੰਦੇ ਜਦੋਂ ਸਤਯੁਗ ਤ੍ਰੇਤਾ ਦੁਆਪਰ ਸੀ, ਉਹੀ ਚੰਦ ਚੜ੍ਹਦਾ ਸੀ। ਕਲਯੁਗ ਮੇਂ ਉਹੀ ਚੜ੍ਹ ਰਿਹਾ, ਉਹੀ ਤਾਰੇ ਹੈ, ਉਹੀ ਸੂਰਜ ਤਪਦਾ ਅਥਵਾ ਪ੍ਰਕਾਸ਼ ਕਰ ਰਿਹਾ, ਉਹੀ ਧਰਤੀ ਹੈ, ਉਹੀ ਸਾ ਧਰਤੀ ਸੋ ਪੌਣ ਝੁਲਾਰੈ, ਜੁਗ ਜੀ ਖੇਲੇ ਥਾਵ ਕੈਸੇ। ਦਿਨੇ ਰਮੈਨੇ ਸੂਰਜ ਵੀ ਉਹੀ ਤਪ ਰਿਹਾ ਹੈ। ਇਹ ਨਹੀਂ ਵੀ ਸਤਯੁਗ ਸੂਰਜ ਚੰਦ ਹੋਰ ਸੀ, ਤਾਰੇ ਹੋਰ ਸੀ, ਧਰਤੀ ਹੋਰ ਸੀ, ਹਵਾ ਹੋਰ ਸੀ। ਸਾ ਧਰਤੀ ਵੀ ਕਹਿੰਦੇ ਉਹੀ ਸੋ ਪੌਣ ਝੁਲਾਰੇ, ਉਹੀ ਪੌਣ ਜਿਹੜੀ ਹਵਾ ਹੈ ਉਹ ਝੁਲਾਰੇ ਦੇ ਰਹੀ ਹੈ। ਜੋਗ ਜੀ ਖੇਲੇ ਥਾਵ ਕੈਸੇ, ਜੋਗ ਮੈਨੂੰ ਉਹ ਜਿਹੜੇ ਜੀਵ ਹੈ ਉਹਨਾਂ 'ਚ ਕਲਯੁਗ ਖੇਲਦਾ, ਔਰ ਥਾਂ ਕਲਯੁਗ ਦਾ ਕੈਸੇ ਦਸੀਏ। ਕਹਿੰਦੇ ਜੀਵਾਂ ਦੇ ਮਨ 'ਚ ਨਿਵਾਸ ਹੈ। ਸਤਯੁਗ ਵੀ ਕਲਯੁਗ ਵੀ, ਜਦ ਸੱਚ ਆ ਤੇ ਸਤਯੁਗ ਆ।
ਜਗ ਪੂਜਾ ਆ ਤੇ ਦੁਆਪਰ ਤ੍ਰੇਤੇ ਹੈ। ਜੇ ਕਲਾ ਕਰਾਂਗੇ ਕਲਯੁਗ ਹੈ। ਕਲਯੁਗ ਦੇ ਜਿਹੜੇ ਜੀਵ ਹੈ ਇਹਦੇ ਮੁਤਾਬਕ ਖੇਲਦੇ ਹੈ। ਭਾਵ ਕੀ ਹੈ? ਚੇਸ਼ਟਾ ਕਿਰਿਆ ਜਿਹੜੀ ਕਰਦੇ ਹੈ। ਹਾਂਜੀ, ਕਹਿੰਦੇ ਹੋਰ ਥਾਂ ਕਹਿ ਕੇ ਦਸੀਏ। ਸਾ ਧਰਤੀ ਸੋ ਪੌਣ ਚਲਾ ਰਹੇ ਜੋਗ ਜੀ ਖੇਲੇ ਥਾਵ ਕੈਸੇ ਹੋਰ ਥਾਂ ਕਹੀਏ। ਇਹ ਜਿਹੜੇ ਜੀਵ ਹੈ ਇਸ ਤਰ੍ਹਾਂ ਹੀ ਕਹਿੰਦੇ ਕਲਯੁਗ ਦੇ ਜਿਹੜੇ ਜੀਵ ਹੈ ਇਹਦੇ ਅਨੁਸਾਰ ਖੇਲ ਰਹੇ ਹੈ। ਜੀਵ ਜਿਹੜੇ ਹੈ ਉਹਨਾਂ 'ਚ ਕਲਯੁਗ ਖੇਲ ਰਿਹਾ। ਔਰ ਥਾਂ ਮੈਨੇ ਕਲਯੁਗ ਦਾ ਕੈਸੇ ਕਹੀਏ ਵੀ ਕਿਹੜੀ ਜਗ੍ਹਾ ਕਲਯੁਗ ਹੈ? ਉਹ ਮਨ ਦੇ ਵਿੱਚ ਨਿਵਾਸ ਕਰ ਰਿਹਾ। ਇਹੀ ਥਾਂ ਆ ਜਿੱਥੇ ਕਲਾ ਹਰ ਵੇਲੇ ਕਲੇਸ਼ ਹੈ, ਨਿੰਦਿਆ ਚੁਗਲੀ ਹੈ, ਝੂਠ ਫਰੇਬ ਹੈ, ਉੱਥੇ ਕਲਯੁਗ ਹੈ। ਉਹਦੇ ਮੁਤਾਬਕ ਜੀਵ ਖੇਲ ਰਹੇ ਹੈ, ਸਾਰੀ ਕਿਰਿਆ ਕਰ ਰਹੇ ਹੈ। ਜੀਵਨ ਤਲਵ ਨਿਵਾਰ ਹੋਵੇ ਪ੍ਰਮਾਣਾ ਕਰਹਿ ਤਿੰਘਾਣਾ ਕਲ ਰੱਖਣ ਵਿਚਾਰ ਰਹਾਓ। ਪਾਤਸ਼ਾਹ ਕਹਿੰਦੇ ਇਹ ਭਾਈ ਜੀਵਨ ਦੀ ਜਿਹੜੀ ਤਲਵ ਇੱਛਾ ਆ ਉਹਨੂੰ ਨਿਵਰਤ ਕਰ ਲਾ ਔਰ ਯੋਗ ਦੇ ਐਸੇ ਲੱਛਣ ਵਿਚਾਰ ਲੈ। ਜਿਹੜਾ ਪੁਰਸ਼ ਆ ਹਾਂਜੀ ਉਹ ਜ਼ੋਰਾਵਰੀ ਕਰਦੇ ਹੈ, ਉਹ ਲੋਕਾਂ 'ਚ ਪ੍ਰਵਾਨ ਹੁੰਦੇ ਹੈ। ਕਿਉਂਕਿ ਧੱਕਾ ਧੌੜਾ ਕਰਦੇ ਨਾ, ਤਿੰਗੋਂ ਜੋਰੀ ਕਰਦੇ ਹੈ, ਧੱਕਾ ਧੌੜਾ ਕਰਦੇ। ਹਾਂਜੀ, ਇਹ ਕਲਯੁਗ ਦੇ ਲੱਛਣ ਹੈ। ਰਹਾਓ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ। ਪਾਤਸ਼ਾਹ ਕਹਿੰਦੇ ਦੇਸ਼ ਵੀ ਹਾਂਜੀ ਕਲਯੁਗ ਆਇਆ ਸੁਣਿਆ ਵੀ ਫਲਾਣੇ ਥਾਂ ਆਇਆ ਹੋਇਆ ਔਰ ਫਲਾਣੇ ਦੇਸ਼ ਦੇ ਵਿੱਚ ਬੈਠਾ ਉੱਥੇ ਰਹਿ ਰਿਹਾ। ਤੀਰਥ ਪਾਸ ਬੈਠਾ ਜਾਂ ਤੀਰਥਾਂ ਦੇ ਕੋਲ ਬੈਠਾ ਹੈ। ਦਾਤਾ ਦਾਨ ਕਰੇ ਤਹ ਨਾਹੀਂ ਮਹਿਲ ਸਾਰ ਨਾ ਬੈਠਾ। ਐਸਾ ਨਹੀਂ ਸੁਣਿਆ ਜਾਂਦਾ ਫਿਰ ਫਲਾਣੇ ਤੀਰਥਾਂ ਦੇ ਬੈਠਾ। ਜੇ ਕਿਤੇ ਦਾਤਾ ਦਾਨ ਕਰ ਰਿਹਾ ਹਾਂਜੀ ਭਈ ਉੱਥੇ ਵੀ ਨਹੀਂ, ਅਤੇ ਹੋਰ ਕਿਸੇ ਮਹਿਲ ਵਸਾਰ ਕੇ ਵੀ ਨਹੀਂ ਬੈਠਾ ਹੋਇਆ ਵੀ ਉੱਥੇ ਮਹਿਲ ਵਸਾਰ ਕੇ ਕਲਯੁਗ ਬੈਠਾ ਹੋਇਆ। ਇਹ ਤਾਂ ਜੀਵਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਉਹਨਾਂ ਦੇ ਹਿਰਦੇ 'ਚ ਨਿਵਾਸ ਕਰ ਰਿਹਾ ਹੈ। ਜੇ ਕੋਈ ਸਤ ਕਰੇ ਸੋ ਛੀਜੈ ਤਪ ਕਰ ਤਪ ਨਾ ਹੋਈ। ਇਹਦੇ ਲੱਛਣ ਦੇਖਣੇ ਜ਼ਰੂਰ ਆਉਂਦੇ। ਜੇ ਕੋਈ ਸੱਚ ਬੋਲਣ ਦੀ ਪ੍ਰਤਿਗਿਆ ਕਰਦਾ ਉਹਦਾ ਉਹ ਪਰਨ ਜਿਹੜਾ ਨਸ਼ਟ ਹੋ ਜਾਂਦਾ, ਪਰਨ 'ਤੇ ਪੂਰਾ ਨਹੀਂ ਉਤਰਦਾ। ਤਪ ਕਰ ਤਪ ਨਾ ਹੋਈ। ਤਪ ਕਰ ਵਿੱਚ ਜਿਹੜੇ ਇਸਤਤ ਹੋਏ ਪੁਰਸ਼ ਹੈ ਉਹਨਾਂ ਦਾ ਤਪ ਵੀ ਪੂਰਾ ਨਹੀਂ ਹੋਣ ਦਿੰਦਾ, ਤਪ ਵਿੱਚ ਵਿਘਨ ਪੈ ਜਾਂਦਾ ਹੈ। ਇਸ ਵਾਸਤੇ ਜੇ ਕੋਈ ਨਾਉ ਲੈ ਬਦਨਾਵੀ ਕਲ ਕੇ ਲਖਣੇ। ਜੇ ਕੋਈ ਨਾਮ ਜਪਦਾ ਆ ਉਹਦੀ ਲੋਕ ਬਦਨਾਮੀ ਕਰਦੇ ਆ। ਭਾਵ ਉਹਨੂੰ ਉਹਨਾਂ ਦੇ ਭਜਨ 'ਚ ਵੀ ਕਲਯੁਗ ਨੂੰ ਕੋਈ ਵਿਘਨ ਪਾ ਦਿੰਦਾ। ਇਹੀ ਕਹਿੰਦੇ ਕਲਯੁਗ ਦੇ ਲੱਛਣ ਆ। ਹਾਂਜੀ, ਜੇ ਕੋਈ ਨਾਉ ਲੈ ਬਦਨਾਵੀ, ਜੇ ਕੋਈ ਨਾਂ ਲੈਂਦਾ ਲੋਕ ਉਹਦੀ ਬਦਨਾਮੀ ਕਰਦੇ, ਭੰਡੀ ਕਰਦੇ ਹੈ। ਵੱਡਾ ਤਪੱਸੀ ਬਣਿਆ ਫਿਰਦਾ, ਬੜੀ ਮਾਲਾ ਫੇਰ ਰਿਹਾ। ਕਲ ਕੇ ਲਖਣ ਇਹੀ ਕਹਿੰਦੇ ਕਲਯੁਗ ਦੇ ਲੱਛਣ। ਲੈ ਗੁਰਦੁਆਰੇ ਰੋਜ਼ ਤੁਰਿਆ ਰਹਿੰਦਾ, ਵੱਡਾ ਭਗਤ ਬਣਿਆ, ਬਗਲਾ ਭਗਤ। 900 ਚੂਹਾ ਖਾ ਕੇ ਬਿੱਲੀ ਹੱਜ ਚੱਲੀ, ਇਹੋ ਜਿਹੀਆਂ ਪੁੱਠੀਆਂ ਗੱਲਾਂ ਕਰਦੇ। ਇਹ ਗੁਰਦੁਆਰੇ ਕੜਾਹ ਖਾਣ ਜਾਂਦੇ। ਇਹ ਕਲਯੁਗ ਦੇ ਲੱਛਣ ਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਜੇ ਸਕਦਾਰੀ ਤਿਸੈ ਖੁਆਰੀ ਚਾਕਰ ਕੇ ਇਹ ਡਰਨਾ। ਕਹਿੰਦੇ ਜਿਹਦੇ ਸਰਦਾਰੀ ਪ੍ਰਾਪਤ ਹੁੰਦੀ ਉਹਨੂੰ ਖੁਆਰੀ ਹੁੰਦੀ। ਜਿਹੜਾ ਚਾਕਰ ਨੌਕਰ ਆ ਉਹਨੂੰ ਕਿਸ ਤਰ੍ਹਾਂ ਦਾ ਡਰ ਨਹੀਂ ਹੁੰਦਾ ਹੈ। ਜਾਂ ਸਕਦਾਰ ਹੈ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਫਿਰ ਕਹਿੰਦੇ ਜਦੋਂ ਸਰਦਾਰ ਨੂੰ ਜੰਜੀਰਾਂ ਪਾਉਂਦੇ ਆ ਫਿਰ ਕੀ ਹੈ, ਜੋ ਪਾਤਸ਼ਾਹ ਕੈਦ ਕਰਦੇ ਆ ਫਿਰ ਚਾਕਰਾਂ ਨੌਕਰਾਂ ਦੇ ਹੱਥੋਂ ਉਹਨਾਂ ਦਾ ਮਰਨਾ ਹੁੰਦਾ। ਉਹ ਜਿਹੜੇ ਕੱਲ੍ਹ ਸਲਾਮਾਂ ਕਰਦੇ ਹੁੰਦੇ ਸੀ ਸਿਪਾਹੀ, ਉਹ ਫਿਰ ਜੰਜੀਰਾਂ ਬੇੜੀਆਂ ਕੜੀਆਂ ਲਾ ਕੇ ਲੈ ਜਾਂਦੇ ਆ, ਫਿਰ ਜੇਲ੍ਹਾਂ 'ਚ ਮਰ ਜਾਂਦੇ। ਆਹ ਗੁਣਾ ਕਲ ਆਈਐ ਤੇਹ ਜੁਗ ਤੇਰਾ ਰਿਹਾ ਤਪਾਵਸ ਜੇ ਗੁਣ ਦੇਹ ਤਾਂ ਪਾਈਐ ਰਹਾਓ। ਕਹਿੰਦੇ ਜਿਹੜੇ ਕਿ ਪਰਮੇਸ਼ਰ ਦੇ ਹੀ ਭਰਾਵੋ, ਪਰਮੇਸ਼ਰ ਦੇ ਗੁਣਾਂ ਨੂੰ ਕਹੋ। ਕਿਉਂ? ਕਲਯੁਗ ਆ ਗਿਆ। ਕਹਿੰਦੇ ਤਿੰਨਾਂ ਪਿਛਲਿਆਂ ਯੁਗਾਂ 'ਚ ਹਾਂਜੀ ਨਿਆਂ ਕੀ ਸੀ? ਸੱਚ ਬੋਲਣਾ, ਜਗ ਕਰਨੇ, ਪੂਜਾ ਕਰਨੀ,
ਇਹ ਤਾਂ ਕਹਿੰਦੇ ਹੁਣ ਕਲਯੁਗ ਦੂਰ ਹੋ ਗਿਆ, ਪਰਮੇਸ਼ਰ ਜਿਹੜਾ ਹੈ ਆਪਣਾ ਗੁਣ ਅਨੁਵਾਦ ਦੇ ਦੇਵੇ, ਉਹਦਾ ਜਸ ਕਰਨਾ ਦੇ ਦੇਵੇ। ਜੇ ਗੁਣ ਦੇਹ ਤਾਂ ਪਾਈਏ, ਤਿਹ ਜੋ ਕੇਰਾ ਰਿਹਾ ਤਪਾਵਸ। ਤਿੰਨਾਂ ਗੁਣ ਜੋਗਾਂ ਦਾ ਤਪਾਵਸ ਨਿਆਂ ਤਾਂ ਹੁਣ ਰਹਿ ਗਿਆ। ਹੁਣ ਤਾਂ ਜੇ ਗੁਣ ਦੇਹ, ਕਿਰਪਾ ਕਰਕੇ ਆਪਣੇ ਗੁਣ ਦੇ ਦੇਵੇ ਤਾਂ ਪਾਈਏ। ਫਿਰ ਨਾਮ ਜਪਣੇ ਦੀ ਅਵਸਥਾ ਪਾਈ ਦੀ ਹੈ, ਫਿਰ ਇਹ ਮੋਖ ਮੁਕਤੀ ਜਿਹੜੀ ਪਾਈ ਦੀ ਹੈ। ਕਲ ਕਲ ਵਾਲੀ ਸਾਰਾ ਨਿਬੇੜੀ, ਕਾਜੀ ਕ੍ਰਿਸ਼ਨਾ ਹੋਆ। ਬਾਣੀ ਬ੍ਰਹਮਾ ਵੇਦ ਅਥਰਵਣ, ਕਰਨੀ ਕੀਰਤ ਲਹਿਆ। ਕਲਯੁਗ ਦੇ ਕਲੇਸ਼ ਵਾਲੀ ਸਾਰਾ ਜਿਹੜੀ ਨਿਬੇੜ ਤੇ, ਭਾਵ ਕਿ ਵੱਡੀ ਲੈ ਕੇ ਜਿਹੜਾ ਬੇਇਨਸਾਫੀ ਕਰਦੇ ਸੀ ਨਾ, ਕਹਿੰਦੇ ਇਸ 'ਤੇ ਕਾਜੀ ਜਿਹੜੇ ਅਦਾਲਤਾਂ ਕਰਨ ਵਾਲੇ ਸੀ, ਪਾਪ ਕਰਦੇ ਆ, ਪਾਪ ਕਰਕੇ ਉਹਨਾਂ ਦੇ ਮਨ ਕਾਲੇ ਹੋ ਗਏ ਆ। ਹਾਂਜੀ, ਔਰ ਫਿਰ ਕਹਿੰਦੇ ਬ੍ਰਹਮਾ ਹੀ ਕਰਕੇ ਜਿਹੜੇ ਬ੍ਰਹਮਾ ਨੇ ਪ੍ਰਕਾਸ਼ ਕੀਤੇ, ਅਥਰਵਣ ਆਦਿਕ ਗ੍ਰੰਥ ਹੈ, ਵੇਦ ਬਾਣੀ ਦਾ ਜਿਹੜਾ ਹਾਂਜੀ ਵਿਸਾਰ ਹੈ, ਹਾਂਜੀ ਉਹਦੇ ਪਰਮੇਸ਼ਰ ਦੀ ਕੀਰਤੀ ਰੂਪੀ ਜਿਹੜੀ ਕਰਨੀ ਕਹੀ ਹੈ, ਉਹਨੂੰ ਸੰਤ ਜਨ ਨੇ ਪਾਇਆ ਹੈ। ਬਾਣੀ ਬ੍ਰਹਮਾ ਵੇਦ ਅਥਰਵਣ, ਜਿਹੜੀ ਬ੍ਰਹਮਾ ਦੀ ਬਾਣੀ ਵੇਦ ਆ ਜਾਂ ਅਥਰਵਣ ਆ, ਕਰਨੀ ਕੀਰਤ ਲਹਿਆ, ਜਿਸ ਨੇ ਸ੍ਰੇਸ਼ਟ ਕਰਨੀ ਕੀਤੀ ਹੈ, ਹਾਂਜੀ ਉਹਨੇ ਜਸ ਨੂੰ ਪ੍ਰਾਪਤ ਕੀਤਾ। ਕੀਰਤੀ ਰੂਪੀ ਜਿਹੜੀ ਕਰਨੀ, ਜਸ ਰੂਪੀ ਕਰਨੀ, ਉਹਨੂੰ ਸੰਤ ਜਨ ਨੇ ਪਾਇਆ, ਮਹਾਤਮਾ ਨੇ ਪਾਇਆ। ਉਹ ਜਿਹੜੇ ਕਾਜੀ ਸੀਗੇ ਉਹ ਕ੍ਰਿਸ਼ਨ ਕਾਲੇ ਮਨਾਂ ਵਾਲੇ ਹੋ ਗਏ, ਵੱਡੀਆਂ ਖਾ ਖਾ ਕੇ ਨਿਆਂ ਇਨਸਾਫ ਨਹੀਂ ਕਰਦੇ। ਇਹ ਕਲਯੁਗ ਦਾ ਲੱਛਣ ਹੈ। ਪਤ ਬਿਨ ਪੂਜਾ ਸਤ ਬਿਨ ਸੰਜਮ, ਜਤ ਬਿਨ ਕਾਹੇ ਜਨੇਊ। ਨਾਵੋ ਤੋ ਬਹੁ ਤਿਲਕ ਚੜਾਵੋ, ਸੋਰ ਬਿਨ ਸੋਚ ਬਿਨ ਸੋਚ ਨਾ ਹੋਈ। ਜਿਹੜੀ ਪੂਜਾ ਕਰੀ, ਜੇ ਪਤ ਨਹੀਂ ਤਾਂ ਫਿਰ ਪੂਜਾ ਕਾਹਦੀ। ਭਾਵ ਉੱਤਮ ਕਰਮ ਕਰਨ ਪਤ ਇੱਜ਼ਤ ਮਿਲਦੀ ਹੈ। ਅਤੇ ਜਿਹੜਾ ਸੱਚ ਬੋਲਦਾ ਨਹੀਂ ਔਰ ਇੰਦਰੀਆਂ ਦੇ ਵਿਕਾਰਾਂ ਵੱਲੋਂ ਮਨ ਨੂੰ ਸੰਜਮ ਨਹੀਂ ਕਰਦਾ, ਅਤੇ ਫਿਰ ਕਹਿੰਦੇ ਕੀ ਹੋਇਆ। ਅਤੇ ਜਾਤ ਤਾਂ ਧਾਰਿਆ ਨਹੀਂ, ਔਰ ਅਤੇ ਫਿਰ ਉਹ ਇਕੱਲਾ ਜਿਹਨੂੰ ਕੀ ਕਰੇਗਾ ਜੇ ਜਾਤ ਨਹੀਂ ਧਾਰਿਆ। ਅਤੇ ਜਿਹੜਾ ਫਿਰ ਕਹਿੰਦੇ ਜਨੇਊ ਪਹਿਨਿਆ, ਹਾਂਜੀ ਉਹ ਕਿਹਾ ਹੈ, ਹਾਂਜੀ ਜਨੇਊ ਪਹਿਨਣ ਦਾ ਜੇ ਧਰਮ ਨੂੰ ਗ੍ਰਹਿਣ ਨਹੀਂ ਕੀਤਾ ਅਤੇ ਫਿਰ ਜਨੇਊ ਪਹਿਨਿਆ ਕੀ ਕਰੇਗਾ। ਇਸ ਵਾਸਤੇ ਹੁਣ ਕਹਿੰਦੇ ਹੈ ਸੱਚ ਬੋਲਦਾ ਨਹੀਂ, ਇੰਦਰੀਆਂ ਦਾ ਸੰਜਮ ਵਾਲਾ ਨਹੀਂ ਹੋਇਆ। ਫਿਰ ਕਹਿੰਦੇ ਕੀ ਹੋਇਆ, ਜਦ ਤੋਂ ਧਾਰਿਆ ਨਹੀਂ ਅਤੇ ਪਹਿਨਿਆ ਜਨੇਊ ਕੀ ਕਰੇਗਾ। ਉਹ ਕਾਹਦਾ ਪਹਿਨਿਆ, ਹਾਂਜੀ। ਔਰ ਫਿਰ ਨਾਵਹ ਧੋਵਹ, ਕਹਿੰਦੇ ਨਹਾਉਂਦੇ ਹੈ, ਵਸਤਰਾਂ ਨੂੰ ਧੋਂਦੇ ਹੈ। ਅਥਵਾ ਤਿਲਕ ਚੜਾਵੋ, ਤਿਲਕ ਵੀ ਚੜਾਉਂਦੇ ਆ, ਤਿਲਕ ਲਾਉਂਦੇ ਆ 12 ਤਰ੍ਹਾਂ ਦੇ। ਸੋਚ ਬਿਨ ਸੋਚ ਨਾ ਹੋਈ, ਜੇ ਸੋਚ ਕਹਿੰਦੇ ਵਿਚਾਰ 'ਚ ਪ੍ਰਵੇਸ਼ ਨਹੀਂ ਕਰਦਾ ਅਤੇ ਫਿਰ ਹਾਂਜੀ ਪਵਿੱਤਰਤਾ ਕਿਵੇਂ ਹੋਏਗੀ। ਸੱਚ ਤੋਂ ਬਿਨਾਂ ਸੋਚ ਪਵਿੱਤਰਤਾ ਨਹੀਂ ਹੁੰਦੀ, ਵਿਚਾਰ ਬਿਨਾਂ ਪਵਿੱਤਰਤਾ ਨਹੀਂ ਹੁੰਦੀ। ਭਾਵ ਕੀ ਹੈ, ਜੀਵ ਦਾ ਵਿਚਾਰ ਕਰਨਾ ਮੁੱਖ ਕਰਤੱਵ ਹੈ। ਕਲ ਪ੍ਰਵਾਨ ਕਤੇਬ ਕੁਰਾਨ, ਪੋਥੀ ਪੰਡਤ ਰਹੇ ਪੁਰਾਣ। ਕਲਯੁਗ ਮੁਸਲਮਾਨਾਂ ਦਾ ਹੁਣ ਤੇਜ ਤਪ ਹੋਇਆ ਹੈ ਨਾ, ਉਹਨਾਂ ਦਾ ਰਾਜ ਹੈ। ਹਿੰਦੂਆਂ ਦਾ ਪ੍ਰਤਾਪ ਜਿਹੜਾ ਉਹ ਘਟ ਗਿਆ ਹੈ। ਇਸ 'ਤੇ ਜਿਹੜੀਆਂ ਪੋਥੀਆਂ, ਸਧਾਰਨ ਪੁਸਤਕ ਔਰ ਪੁਰਾਣ ਔਰ ਕਹਿੰਦੇ ਉਹਨਾਂ ਦੇ ਜਿਹੜੇ ਸਿਧਾਂਤ ਆ, ਜਾਣਨੇ ਵਾਲੇ ਪੰਡਤ ਆ, ਉਹ ਵੀ ਰਹਿ ਚੁੱਕੇ ਆ। ਕਿਉਂਕਿ ਹੁਣ ਮੁਸਲਮਾਨਾਂ ਦਾ ਜ਼ੋਰ ਹੋਇਆ, ਉਦੋਂ ਰਾਜ ਉਹਨਾਂ ਦਾ ਸੀ। ਕਲ ਪ੍ਰਵਾਨ ਕਤੇਬ ਕੁਰਾਨ, ਇਸ ਵਾਸਤੇ ਹੁਣ ਜਿਹੜੇ ਹਾਂਜੀ ਕਿ ਕਲਯੁਗ ਮੁਸਲਮਾਨਾਂ 'ਤੇ ਤਪ ਹੋਣ ਕਰਕੇ ਹਿੰਦੂਆਂ ਦਾ ਪ੍ਰਤਾਪ ਘਟ ਗਿਆ। ਇਸ ਵਾਸਤੇ ਪੋਥੀਆਂ, ਸਧਾਰਨ ਪੁਸਤਕ ਔਰ ਪੁਰਾਣ, ਉਹਨਾਂ ਦੇ ਸਿਧਾਂਤ ਜਾਣਨ ਵਾਲੇ ਪੰਡਤ ਵੀ ਰਹਿ ਗਏ, ਉਹਨਾਂ ਦੀ ਵੀ ਪੇਸ਼ ਨਹੀਂ ਜਾਂਦੀ। ਉਹ ਹੁਣ ਆਪਣਾ ਹੀ ਮਤ ਮਤਾਂਤਰ ਦਾ ਪ੍ਰਚਾਰ ਕਰ ਰਹੇ ਆ, ਮੰਦਰ ਢਾਟਾ ਮਸੀਤਾਂ ਬਣਾ ਰਹੇ ਆ ਅਤੇ ਸੁੰਨਤਾਂ ਕਰ ਮੁਸਲਮਾਨ ਬਣਾ ਰਹੇ ਆ। ਨਾਨਕ ਨਾਉ ਭਇਆ ਰਹਿਮਾਨ, ਕਰ ਕਰਤਾ ਤੂੰ ਏਕੋ ਜਾਣ। ਪਾਤਸ਼ਾਹ ਕਹਿੰਦੇ ਹੁਣ ਮੁਸਲਮਾਨੀ ਬੋਲੀ ਹੈ, ਉਹ ਜਿਹੜਾ ਭਗਵੰਤ ਦਾ ਨਾਮ ਸੀ ਰਹਿ ਗਿਆ ਕਿ ਇਹ ਭਾਈ ਕਰਤਾ।
ਪਰਮੇਸ਼ਰ ਜਿਹੜੇ ਹਿੰਦੂ ਉਹ ਮੁਸਲਮਾਨ ਦੋਨਾਂ ਦੇ ਕਰਨ ਵਾਲਾ ਤੂੰ ਕਹਿੰਦੇ ਇੱਕੋ ਹੀ ਆ, ਇੱਕ ਨੂੰ ਹੀ ਜਾਣ ਲੈ। ਨਾਨਕ ਨਾਉ ਭਇਆ ਰਹਿਮਾਨ। ਅੱਗੇ ਉਹ ਰਾਮ ਰਾਮ ਕਰਦੇ ਸੀ, ਹੁਣ ਉਹ ਰਹੀਮ ਰਹੀਮ ਕਹਿੰਦੇ ਕਰਿਆ ਕਰੋ। ਕਰ ਕਰ ਤੋਂ ਇੱਕੋ ਜਾਣ। ਪਰ ਦੇਖੋ ਜੇ ਵਿਚਾਰਨ ਦੇਖੀਏ, ਸਾਰਿਆਂ ਨੂੰ ਕਰਨ ਵਾਲਾ ਹਿੰਦੂ ਆ ਮੁਸਲਮਾਨ, ਉਹ ਪਰਮੇਸ਼ਰ ਤੂੰ ਇੱਕੋ ਹੀ ਹੈ, ਤੇਤੇ ਬਿਨਾਂ ਕੋਈ ਵੀ ਨਹੀਂ ਹੈ। ਨਾਨਕ ਨਾਮ ਮਿਲੇ ਵਡਿਆਈ ਇਹ ਦੂ ਪ੍ਰਕਰਮ ਨੇ। ਪਾਤਸ਼ਾਹ ਦੇ ਨਾਮ ਕਰਕੇ ਕਲਯੁਗ ਵਡਿਆਈ ਮਿਲਦੀ ਹੈ। ਨਾਮ ਦੇ ਜਪਣ ਤੋਂ ਉੱਪਰ ਹੋਰ ਕੋਈ ਵੀ ਕਰਮ ਨਹੀਂ। ਇਸ ਕਰਕੇ ਨਾਮ ਜਪਣਾ ਸਭ ਨੂੰ ਵੱਡਾ ਕਰਮ ਅਤੇ ਧਰਮ ਹੈ। ਜੇਕਰ ਹੋਦਾ ਮੰਗਣ ਜਾਈਏ ਫਿਰ ਅਲਾਮਾ ਮਿਲੇ ਤਹੀ। ਪਾਤਸ਼ਾਹ ਕਹਿੰਦੇ ਜੇ ਘਰ ਪਦਾਰਥ ਹੋਣ ਅਤੇ ਹੋਰ ਕੋਲ ਮੰਗਣ ਜਾਈਏ ਅਤੇ ਫਿਰ ਤਹੀ, ਅਤੇ ਮੰਗਣੇ ਵਾਲੇ ਨੂੰ ਫਿਰ ਅਲਾਮੇ ਮਿਲਦੇ ਆ। ਉਹ ਤੇਰੇ ਘਰ ਸਭ ਕੁਝ, ਤੂੰ ਐਵੇਂ ਮੰਗਦਾ ਫਿਰਦਾ, ਠੂਠਾ ਫੜੀ ਫਿਰਦਾ ਹੈ। ਇਸ ਕਰਕੇ ਲੋਕ ਕਹਿੰਦੇ ਇਹ ਤਾਂ ਬੜਾ ਬੇਸ਼ਰਮ ਆ ਵੀ ਸਭ ਕੁਛ ਹੈਗਾ ਫਿਰ ਮੰਗਦਾ ਫਿਰਦਾ। ਇਸ ਤਰ੍ਹਾਂ ਕਹਿੰਦੇ ਕਲਯੁਗ 'ਚ ਨਾਮ ਦੀ ਪ੍ਰਧਾਨਤਾ ਆ। ਇਹਨੂੰ ਛੱਡ ਕੇ ਜਿਹੜਾ ਜਾਗਾਦ ਕਰਦੇ ਆ ਅਤੇ ਧਰਮ ਰਾਜਾ ਉਹਨੂੰ ਤਾੜ ਕੇ ਕਹੇਗਾ ਤੂੰ ਨਾਮ ਨੂੰ ਛੱਡ ਕੇ ਹੋਰ ਕਰਮਾਂ 'ਚ ਲੱਗ ਕੇ ਜਨਮ ਵਿਅਰਥ ਕਿਉਂ ਗਵਾ ਲਿਆ, ਆਪਣਾ ਜਨਮ ਕਿਉਂ ਵਿਅਰਥ ਗਵਾ ਲਿਆ। ਨਾਮ ਜਪਣ ਨਾਲ ਮੁਕਤੀ ਮਿਲਣੀ ਹੈ, ਕਲਿਆਣ ਮਿਲਣੀ ਹੈ, ਉਹ ਤੂੰ ਨਾਮ ਜਪਿਆ ਹੀ ਨਹੀਂ। ਨਾਮ ਜਪ ਕੇ ਕਲਿਆਣ ਪ੍ਰਾਪਤ ਹੋਣੀ ਹੈ। ਰਾਮ ਕਲੀ ਮਹੱਲਾ ਪਹਿਲਾ। ਜਗ ਪ੍ਰਬੁੱਧ ਹੈ ਮੜੀ ਵਧਾਵੇ, ਆਸਣ ਤਿਆਗ ਕਾਹੇ ਸੱਚ ਪਾਵੇ। ਸੰਸਾਰ ਨੂੰ ਉਪਦੇਸ਼ ਕਰਦਾ ਆ, ਘਰ ਤਿਆਗ ਕੇ ਮੜੀ ਮੱਠ ਬਣਾਉਂਦਾ ਆ। ਫਿਰ ਜੋਗੀ ਉੱਥੇ ਰਹਿੰਦੇ ਆ, ਉਹਨਾਂ ਦੇ ਸਥਾਨ ਨੂੰ ਮੱਠ ਕਹਿੰਦੇ ਆ। ਆਸਣ ਨੂੰ ਤਿਆਗ ਕੇ ਕਹਿੰਦੇ ਕੀ ਸੁੱਖ ਪਾਏਗਾ, ਭਾਵ ਕੋਈ ਸੁੱਖ ਨਹੀਂ ਪਾਏਗਾ, ਚੰਚਲਤਾ ਕਰਕੇ ਦੁਖੀ ਹੋਏਗਾ। ਮਮਤਾ ਮੋਹ ਕਾਮਣ ਹਿਤਕਾਰੀ, ਨਾ ਦੂਤੀ ਨਾ ਸੰਸਾਰੀ। ਕਹਿੰਦੇ ਚੇਲਿਆਂ 'ਚ ਮਮਤਾ ਹੈ, ਸਰੀਰ ਦਾ ਮੋਹ, ਅਤੇ ਫਿਰ ਕਾਮਣ ਇਸਤਰੀਆਂ ਦਾ ਹਿਤਕਾਰੀ ਪ੍ਰੇਮੀ ਬਣਿਆ ਹੋਇਆ। ਇਸ ਵਾਸਤੇ ਤੂੰ ਨਾ ਬਦੂਤ ਹੋਇਆ ਨਾ ਸੰਸਾਰੀ ਹੋਇਆ। ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ ਰਹੋ। ਇਹ ਜੋਗੀਆ ਤੂੰ ਪਰਮੇਸ਼ਰ ਦਾ ਭਰੋਸਾ ਕਰਕੇ ਬੈਠਾ ਰਹੋ, ਆਤਮ ਵਿਚਾਰ ਕਰ ਰੱਬ ਦੇ ਮਿਲਣ ਦੀ। ਨਹੀਂ ਤਾਂ ਕਹਿੰਦੇ ਦਵੈਤ ਕਰਕੇ ਜਿਹੜਾ ਦੁੱਖ ਆ ਉਹ ਸਾਰਾ ਫਿਰ ਭਾਗ ਜਾਏਗਾ ਜੇ ਆਤਮਾ ਵਿਚਾਰ ਕਰੇਗਾ। ਫਿਰ ਜੋਗੀ ਹੋ ਕੇ ਘਰ ਘਰ ਜਾ ਕੇ ਜਿਹੜੇ ਮੰਗਦਾ ਤੈਨੂੰ ਲਾਜ ਨਹੀਂ ਲੱਗੇਗੀ, ਸ਼ਰਮ ਨਹੀਂ ਆਏਗੀ। ਘਰ ਘਰ ਮੰਗਤ ਲਾਜ ਨਾ ਲਾਗੇ, ਘਰ ਘਰ ਮੰਗਣੇ ਨਾਲ ਲੱਜਾ ਨਹੀਂ ਲੱਗਦੀ। ਰਹਾਓ ਗਾਵੇ ਗੀਤ ਨ ਚੀਨੇ ਆਪ, ਕਿਉਂ ਲਾਗੀ ਨਿਵਰੇ ਪ੍ਰਤਾਪ। ਗੀਤ ਗਾਉਣਾ ਆ, ਆਪਣੇ ਸਰੂਪ ਨੂੰ ਚੀਨੇ ਜਾਣਦਾ ਨਹੀਂ। ਔਰ ਫਿਰ ਕਹਿੰਦੇ ਬੇਸ਼ਿਆਂ ਦੀ ਵਿਸ਼ੇਸ਼ ਕਰਕੇ ਤੈਨੂੰ ਤਪਸ਼ ਲੱਗ ਰਹੀ ਹੈ। ਕਿਵੇਂ ਤੇਰਾ ਦੁੱਖ ਕਿਵੇਂ ਦੂਰ ਹੋਵੇ, ਕਿਉਂ ਲੱਗੀ, ਕਿਵੇਂ ਲੱਗ ਰਹੀ ਹੈ। ਨਿਵਰੇ ਪ੍ਰਤਾਪ, ਹਾਂਜੀ, ਇਹਨਾਂ ਦੀ ਤਪਸ਼ ਕਿਵੇਂ ਮਿਟੇ, ਇਹ ਕਿਸ ਤਰ੍ਹਾਂ ਦੂਰ ਹੋਵੇ। ਗੁਰ ਕਾ ਸ਼ਬਦ ਰਚੈ ਮਨ ਭਾਏ, ਭਿਖਿਆ ਸਹਿਜ ਵਿਚਾਰੀ ਖਾਏ। ਗੁਰੂ ਦੇ ਉਪਦੇਸ਼ 'ਚ ਮਨ ਨੂੰ ਪ੍ਰੇਮ ਕਰਕੇ ਰਚ ਜਾ, ਰਚਿਆ ਰਹੇ। ਗਿਆਨ ਵਿਚਾਰ ਰੂਪੀ ਜਿਹੜੀ ਭਿਖਿਆ ਜਦੋਂ ਤੂੰ ਪਾ ਲਏਗਾ, ਤੇਰੀ ਤਪਸ਼ ਜਿਹੜੀ ਹੈ ਉਹ ਦੂਰ ਹੋ ਜਾਏਗੀ। ਭਿਖਿਆ ਸਹਿਜ ਵਿਚਾਰੀ ਖਾਏ, ਵਿਚਾਰ ਰੂਪੀ ਭੁੱਖਿਆ ਖਾਵੇਂ, ਤੇਰੀ ਤਪਸ਼ ਮਿਟ ਜਾਏਗੀ। ਭਸਮ ਚੜਾਏ ਕਰਹਿ ਪਾਖੰਡ, ਮਾਇਆ ਮੋਹ ਸਹਿ ਜਮ ਡੰਡ। ਸਰੀਰ ਨੂੰ ਭਸਮ ਚੜਾ ਲਈ ਪਖੰਡ ਕਰਦਾ, ਮਾਇਆ ਦੇ ਮੋਹ ਕਰਕੇ ਜਮਾਂ ਦਾ ਫਿਰ ਡੰਡ ਵੀ ਸਹਾਰਨਾ ਪਏਗਾ। ਫੂਟੇ ਖੱਪਰ ਭੀਖ ਨਾ ਭਾਏ, ਬੰਧਨ ਬੰਦੇ ਆਵੇ ਜਾਏ। ਪ੍ਰੇਮ ਰੂਪੀ ਖੱਪਰ ਜਿਹੜਾ ਇਹਦਾ ਫੁੱਟ ਗਿਆ, ਭਾਵ ਹਿਰਦਾ ਜਿਹੜਾ ਅਪਵਿੱਤਰ ਹੈ, ਉਹ ਇਹਦੇ ਫਿਰ ਗੁਰੂ ਉਪਦੇਸ਼ ਰੂਪੀ ਵਿਚਾਰ ਰੂਪੀ ਜਿਹੜੀ ਭੇਖਿਆ ਉਹ 'ਚ ਨਹੀਂ ਪੈਂਦੀ ਹੈ। ਵਿਚਾਰ ਰੂਪੀ ਭੇਖਿਆ ਕਿਵੇਂ ਪਏਗੀ। ਫੂਟੇ ਖੱਪਰ ਭੀਖ ਨਾ ਪਾਏ, ਉਹਨੂੰ ਭੀਖ ਨਹੀਂ ਪਾਉਂਦੀ। ਬੰਧਨ ਬੰਦੇ ਆਵੇ ਜਾਏ, ਫਿਰ ਬੰਧਨਾਂ ਵਿੱਚ ਵਿਦਿਆ ਹੁੰਦਾ, ਬੰਨਿਆ ਹੋਇਆ, ਆਉਂਦਾ ਹੈ ਜਾਂਦਾ ਹੈ, ਜੰਮਦਾ ਹੈ, ਮਰਦਾ ਹੈ, ਇਸ ਤਰ੍ਹਾਂ ਤੁਰਿਆ ਫਿਰਦਾ। ਬਿੰਦਨ ਰਾਖੈ ਜਤੀ ਕਹਾਵੇ, ਮਾਈ ਮੰਗ ਤ੍ਰੈ ਲੋ ਆਵੇ। ਜੋਗੀ ਜਤੀ ਕਹਾਵਦਾ, ਬਿੰਦ ਰੱਖਦਾ ਨਹੀਂ, ਔਰ ਮਾਈ ਕਰਕੇ ਪਿੱਛਾ ਮੰਗਦਾ, ਅਤੇ ਮਨ ਵਿੱਚ
ਭਾਵਨਾ, ਇਸਤਰੀ ਭਾਵਨਾ ਕਰਕੇ ਲਵਾਏ ਮਨ ਹੋ ਰਿਹਾ। ਮਾਈ ਮੰਗ ਤ੍ਰੈ ਲਵਾਵੇ, ਤ੍ਰੈ ਮੈਨੇ ਦੋਏ ਨੇਤਰ ਤੇ ਇੱਕ ਮਨ, ਇਹ ਤਿੰਨੇ ਤੇਰੇ ਲਵਾਏ ਮਨ ਹੋ ਰਹੇ। ਤੇਰਾ ਮਨ ਜਿਹੜਾ ਹੈ ਉਹ ਦੁਨੀਆ ਦੇ ਪਦਾਰਥਾਂ ਵੱਲ ਦੌੜਾ ਫਿਰਦਾ ਹੈ। ਨਿਰਦਇਆ ਨਹੀਂ ਜੋਤਾ ਜਾਲਾ, ਬੂਟ ਤੋਂ ਬੂਢੇ ਸਰਵਜਨ ਜਾਲਾ, ਦਇਆ ਤੋਂ ਰਹਿਤ ਹਾਂ। ਇਸ ਕਰਕੇ ਜੋਤ ਦਾ ਪ੍ਰਕਾਸ਼ ਨਹੀਂ ਤੇਰੇ ਹਿਰਦੇ 'ਚ ਹੋ ਰਿਹਾ, ਔਰ ਸਾਰੀ ਤਰ੍ਹਾਂ ਕਰਕੇ ਤੂੰ ਜੰਜਾਲਾਂ ਧੰਦਿਆਂ ਦੇ ਵਿੱਚ ਹਾਂਜੀ ਬੂਢਤ ਬੂਢੇ ਡੁੱਬਦਾ ਹੀ ਡੁੱਬਦਾ ਹੈ। ਭੇਖ ਕਰਿਆ ਖਿੰਥਾ ਬੱਬਟ ਥਟੂਆ, ਝੂਠੋ ਖੇਲ ਖੇਲੈ ਵਾ ਨਟੂਆ। ਨਾਨਾ ਤਰ੍ਹਾਂ ਜਿਹੜੇ ਭੇਖ ਕਰਦਾ ਹੈ, ਖਿੰਥਾ ਰੂਪੀ ਬਹੁਤ ਹਾਂਜੀ, ਥਟੂਆ ਬਣਾਓ ਬਣਾਇਆ ਹੋਇਆ, ਉਹ ਨੱਟਦੀ ਨਹੀਂ ਆਈ। ਪੇਟ ਭਰਨੇ ਵਾਸਤੇ ਤੂੰ ਬਹੁਤ ਤਰ੍ਹਾਂ ਦੇ ਝੂਠੇ ਖੇਲਾਂ ਨੂੰ ਖੇਲ ਰਿਹਾ ਹੈ। ਅੰਤਰ ਅਗਨ ਚਿੰਤਾ ਬਹੁ ਜਾਰੇ, ਬਿਨ ਕਰਮ ਕੈਸੇ ਉਤਰ ਸਵਾਰੇ। ਤੇਰੇ ਅੰਦਰ ਚਿੰਤਾ ਮਾਇਆ ਦੀ ਬਹੁਤ ਹੈ। ਚਿੰਤਾ ਰੂਪੀ ਅੱਗ ਤੈਨੂੰ ਦਿਨ ਰਾਤ ਜਾਰੇ ਸਾੜ ਰਹੀ ਹੈ। ਬਿਨਾਂ ਸਾਧੂ ਕਿਰਪਾ ਤੇ ਸ਼ੁਭ ਕਰਮਾਂ ਤੋਂ ਬਿਨ ਕਰਮਾਂ ਕੈਸੇ ਪਾਰੇ, ਬਿਨ ਸ਼ੁਭ ਕਰਮਾਂ ਤੋਂ ਕਿਵੇਂ ਤੇਰਾ ਪਾਰਾ ਤਾਰਾ ਹੋਏਗਾ। ਸਤਿਗੁਰਾਂ ਦੀ ਕਿਰਪਾ ਕਰੇਗਾ, ਤੈਨੂੰ ਸ਼ੁਭ ਕਰਮ ਕਰਨ ਦੀ ਸਮੱਤ ਮਿਲੇਗੀ, ਫਿਰ ਤਾਰਾ ਪਾਰਾ ਤਾਰਾ ਹੋਏਗਾ। ਮੁੰਦਰਾ ਫਟਕ ਬਣਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ। ਬਲੌਰ ਦੀਆਂ ਮੁੰਦਰਾਂ ਬਣਾ ਕੇ ਕੰਨ ਪਾੜ ਕੇ ਪਹਿਨ ਲਈਆਂ। ਔਰ ਕਹਿੰਦੇ ਫਿਰ ਪਰੰਤੂ ਵਿਗਿਆਨ ਵਿਦਿਆ ਤੇ ਬਿਨਾਂ ਮੁਕਤੀ ਪ੍ਰਾਪਤੀ ਨਹੀਂ ਹੋਣੀ। ਆਤਮ ਗਿਆਨ ਤੋਂ ਬਿਨਾਂ ਮੁਕਤੀ ਕਿਵੇਂ ਪ੍ਰਾਪਤ ਹੋਏਗੀ। ਜਿਹਵਾ ਇੰਦਰੀ ਸਾਧ ਲੁਭਾਨਾ, ਪਸ਼ੂ ਪੈ ਨਹੀਂ ਮਿਟੇ ਨਿਸ਼ਾਨਾ। ਜੇ ਬਾਦਕ ਜਿਹੜੀਆਂ ਇੰਦਰੀਆਂ ਨੇ ਦੇ ਸਵਾਦਾਂ 'ਚ ਤੂੰ ਦਿਨ ਰਾਤ ਲੁਭਾਏ ਮਨ ਹੋਇਆ, ਹਲਵੇ ਖਾਣ ਦੀ ਇੱਛਾ ਲੱਗੀ ਰਹਿੰਦੀ। ਪਸ਼ੂ ਪੈ ਪਸ਼ੂ ਮਨ ਹੋਇਆ ਹੋਇਆ, ਨਹੀਂ ਮਿਟੇ ਨਿਸ਼ਾਨਾ। ਹਾਂਜੀ, ਤੇਰਾ ਜਿਹੜਾ ਪੂਰਵ ਨਿਸ਼ਾਨਾ ਜਿਹੜਾ ਨਾ ਲੇਖ ਉਹ ਮਿਟਦਾ ਨਹੀਂ। ਪਿਛਲੇ ਭੈੜੇ ਕਰਮ ਕੀਤੇ ਉਹ ਮੁੜ ਮੁੜ ਕੇ ਤੈਨੂੰ ਮਾੜੇ ਪਾਸੇ ਲਈ ਜਾ ਰਹੇ ਹਨ। ਤ੍ਰਿਬਦ ਲੋਗਾ ਤ੍ਰਿਬਦ ਜੋਗਾ, ਸ਼ਬਦ ਵਿਚਾਰੈ ਚੂਕ ਸੋਗਾ। ਕਹਿੰਦੇ ਉੱਤਮ ਮੱਧਮ ਆਦਮ ਤਿੰਨ ਤਰ੍ਹਾਂ ਦੇ ਲੋਕ ਆ ਤ੍ਰਿਬਦ। ਹਾਂਜੀ, ਤਿੰਨ ਵਿਧੀ ਦੇ ਸਤੋ ਰਜੋ ਤਮੋ ਕਰਮਾਂ ਕਰਕੇ ਜੋਗਾ ਇਹ ਜੇ ਜੁੜ ਰਹੇ ਆ। ਹਾਂਜੀ, ਸ਼ਬਦ ਵਿਚਾਰੇ ਚੂਕ ਭੋਗਾ ਸੋਗਾ। ਜੇ ਤਾਂ ਸ਼ਬਦ ਹੀ ਵਿਚਾਰ ਕਰਕੇ ਟਿਕ ਜਾਏ ਤੇਰਾ ਸੋਗ ਚੂਕ ਦੂਰ ਫੇ ਹੋ ਸਕਦਾ ਹੈ। ਨਹੀਂ ਤਾਂ ਕੋਈ ਨਾ ਕੋਈ ਚਿੰਤਾ ਜਿਹੜੀ ਹੈ ਬਣੀ ਰਹਿੰਦੀ ਹੈ। ਸ਼ਬਦ ਤੋਂ ਟੁੱਟਣ ਨਾਲ ਕੋਈ ਨਾ ਕੋਈ ਕਲੇਸ਼ ਬਣਿਆ ਹੀ ਰਹਿੰਦਾ ਹੈ। ਉਜਲ ਸਾਹਿਬ ਸੋ ਸ਼ਬਦ ਹੋਏ, ਜੋਗੀ ਜੋਤ ਵਿਚਾਰੈ ਸੋਏ। ਪਾਤਸ਼ਾਹ ਨੇ ਗੁਰੂ ਦੇ ਉਪਦੇਸ਼ ਨੂੰ ਜੇ ਧਾਰੇਗਾ ਸੋਏ ਮੈਨੇ ਉਹ ਜਿਹੜਾ ਜੀਵ ਉਹਦਾ ਅੰਤਸ਼ਨ ਉਜਲ ਸ੍ਰੇਸ਼ਟ ਹੋ ਜਾਏਗਾ। ਉਹੀ ਪੁਰਖ ਜਿਹੜਾ ਪਰਮਾਤਮਾ ਨਾਲ ਜੁੜਨ ਕਰਕੇ ਜੁੜਨੇ ਦੀ ਯੋਗਤੀ ਨੂੰ ਵਿਚਾਰਦਾ। ਇਹਨਾਂ ਦ੍ਰਿਸ਼ਟਾਂਤਾਂ ਨੂੰ ਜੀ ਬ੍ਰਹਮ ਦੀ ਏਕਤਾ ਬਾਰੇ ਮਹਾਰਾਜ ਨੇ ਸਾਰੀ ਵਿਚਾਰ ਦੱਸੀ ਹੈ। ਇਸ ਵਾਸਤੇ ਉਹ ਜਿਹੜਾ ਬ੍ਰਹਮ ਉਹ ਕਿੱਥੇ ਹੈ ਉੱਤਰ 'ਚ ਦੱਸਦੇ ਆ। ਤੁਝ ਪਹਿ ਨੌਨੇ ਤੂੰ ਕਰਨ ਜੋਗ, ਥਾਪੋ ਥਾਪੇ ਕਰੇ ਸੋਗ। ਕਹਿੰਦੇ ਹੈ ਜੋਗੀਆ, ਨੌ ਨਿਧਾਂ ਨੂੰ ਦੇਣ ਵਾਲਾ ਪਰਮੇਸ਼ਰ ਤਾਂ ਤੇਰੇ ਕੋਲ ਹੀ ਹੈ, ਹਰ ਜਗ੍ਹਾ ਵਿਆਪਕ ਆ। ਇਸ ਵਾਸਤੇ ਉਹ ਜਿਹੜਾ ਸਮਰੱਥ ਕਰਨੇ ਯੋਗ ਆ, ਉਹਨੂੰ ਜੇ ਤੂੰ ਜਾਣਨਾ ਚਾਹੁੰਦਾ ਆ ਹਾਂਜੀ ਅਤੇ ਫਿਰ ਉਹਦੀ ਬੰਦਗੀ ਕਰ। ਉਹ ਪਰਮੇਸ਼ਰ ਕਹਿ ਰਿਹਾ ਆਪੇ ਥਾਪਣ ਵਾਲਾ, ਆਪੇ ਉਹ ਥਾਪਣ ਉਠਾਉਣ ਵਾਲਾ ਆ। ਹਾਂਜੀ, ਜੋ ਕਰਨਾ ਚਾਹੁੰਦਾ ਉਹੀ ਹੁੰਦਾ ਆ। ਹਾਂਜੀ, ਤਿੰਨਾਂ ਕਾਲਾਂ 'ਚ ਉਹੀ ਹੁੰਦਾ ਜੋ ਪਰਮੇਸ਼ਰ ਨੇ ਕਰਨਾ। ਥਾਪੋ ਥਾਪੇ ਕਰੇ ਸੋਗ, ਕਿਸੇ ਚੀਜ਼ ਨੂੰ ਪੈਦਾ ਕਰਨਾ, ਕਿਸੇ ਚੀਜ਼ ਨੂੰ ਅਖੇੜਨਾ, ਇਹ ਉਹਦੇ ਹੱਥ ਆ। ਜੋ ਕਰਦਾ ਉਹੀ ਹੁੰਦਾ ਹੈ। ਤੁਝ ਪੈ ਨੌਨੇ ਤੂੰ ਕਰਨੇ, ਸਾਰੀਆਂ ਨੌਨੇ ਦੀਆਂ ਉਹਦੇ ਕੋਲ ਆ, ਉਹੀ ਕਰਨੇ ਯੋਗ ਆ। ਜਤ ਸਤ ਸੰਜਮ ਸੱਚ ਸੋਚੀਤ, ਨਾਨਕ ਜੋਗੀ ਤ੍ਰਿਪੁਰਨ ਮੀਤ। ਪਾਤਸ਼ਾਹ ਕਹਿੰਦੇ ਜਤ ਸਤ ਸੰਜਮ, ਇੰਦਰੀਆਂ ਦਾ ਮਾੜੇ ਪਾਸੇ ਰੋਕਣਾ। ਇਹਨਾਂ ਗੁਣਾਂ ਨੂੰ ਧਾਰ ਲੈ। ਜਿਨ ਸੱਚ ਬ੍ਰਹਮ ਦਾ ਚਿੰਤਨ ਕੀਤਾ, ਉਹਨੂੰ ਯਾਦ ਕੀਤਾ, ਪਾਤਸ਼ਾਹ ਕਹਿੰਦੇ ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਆ। ਭਾਵ ਉਹ ਹਾਂਜੀ ਸਭ ਨੂੰ ਆਪਣਾ ਆਪੇ ਦੇਖਦਾ ਆ। ਉਹ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਦੇਖਦਾ। ਜਦੋਂ ਉਹਦੀ ਜੋਤ ਦੇਖ ਲਓ ਫਿਰ ਨਾ ਕਿਸੇ ਨਾਲ ਈਰਖਾ, ਨਾ ਬਖੇਲੀ, ਨਾ ਨਿੰਦਿਆ, ਨਾ ਕੋਈ ਨਫ਼ਰਤ ਘਿਰਨਾ ਰਹਿੰਦੀ ਹੈ। ਇਸ ਵਾਸਤੇ ਫਿਰ ਉਹਦੀ ਬਿਰਤੀ ਬੜੀ ਉੱਚੀ ਸੁੱਚੀ ਪਵਿੱਤਰ ਬਣ ਜਾਂਦੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।